ਵਿਦਾਰ ਪਗ ਪਰ ਮੁਰ ਪ੍ਰਣਾਮ ਹੈ, ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜਨ ਸਰੋਤਾ ਅਰਜ, ਸਿਰਜਣ ਆਰਜ ਤਾਹੇ। ਲਰਜਿਤ ਜਮ ਜਿਨ ਨਾਮ ਤੇ, ਬੰਦੋਂ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਰ, ਸਨਦ ਬਦ ਧਰ ਧਿਆਨ। ਬੰਦ ਦਉ ਕਰ ਬੰਦਨਾ, ਸੁੰਦਰ ਦੁਤ ਮਦ ਨਾਮ। ਸ਼੍ਰੀ ਸਤਿਗੁਰ ਹਰਿ ਰਾਏ ਕੇ, ਨਾਇ ਧਿਆਏ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ, ਯਤੇ ਨਿਦ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕੋ, ਨਿਪੁੰਨ ਹਰਣ ਜੁਰ ਦੀਨਾ। ਚਰਨ ਮਨੋਹਰ ਬੰਦਨਾ, ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜਾ, ਹਰਤਾ ਦੁਰਗਨ ਮੂਲ। ਚਰਨ ਸ਼ਰਨ ਤਾਰਨ ਤਰ, ਨਮ ਹੋਏ ਅਨਕੂਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਕਲਗੀ ਧਰਿ ਅਵਤਾਰ। ਖੰਡੇ ਖੰਡ ਪਖੰਡ ਜੀ, ਤਿਉ ਮਮ ਵਿਘਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕਾ, ਨਮਸਕਾਰ ਬਹੁ ਬਾਰ। ਸਰਬ ਪੰਥ ਗੁਰੂ ਗ੍ਰੰਥ ਕਾ, ਨਮਸਕਾਰ ਬਹੁ ਬਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਸਾਹਿਬ ਪਹੁੰਚੇ ਨਦੀ ਤਟ, ਸਿਵਰ ਕਰਿਓ ਸਭ ਥਾਨ। ਸਿੰਘ ਰਹੇ ਪਾਛੇ ਕਿਤਕ, ਧਰੇ ਤੁਫੰਗ ਕਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਮਹਾਰਾਜ ਜੀ ਦੀ ਅਪਾਰ ਮਿਹਰ ਦਾ ਸਦਕਾ ਸਾਧ ਸੰਗਤ ਵਿੱਚ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਜੋ ਇਤਿਹਾਸਿਕ ਕਥਾ ਆਪਾਂ ਸਰਵਣ ਕਰਦੇ ਹਾਂ, ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਜੀ ਦੁਆਰਾ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਸੰਗ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਖਣ ਵਿੱਚ ਆਗਰੇ ਦੀ ਧਰਤੀ ਤੇ ਵਿਚਰੇ ਨੇ, ਤੇ ਉਸ ਤੋਂ ਬਾਅਦ ਫਿਰ ਮਹਾਰਾਜ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਕਹਿਣ ਤੇ ਰਾਜ ਪਤਾਨੇ ਵਾਲੇ ਪਾਸੇ ਆਏ ਤੇ ਸਿੰਘਾਂ ਦੇ ਨਾਲ ਚਿਤੌੜ, ਤੇ ਉੱਥੇ ਸਿੰਘਾਂ ਦਾ ਯੁੱਧ ਹੋ ਗਿਆ। ਸੋ ਉਸ ਯੁੱਧ ਦੇ ਵਿੱਚ ਵੀ ਸਿੰਘਾਂ ਦੀ ਫਤਿਹ ਹੋਈ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਵਰਜਿਆ ਵੀ ਐਵੇਂ ਛੋਟੀਆਂ ਛੋਟੀਆਂ ਗੱਲਾਂ ਦੀ ਲੜਾਈ ਨਾ ਕਰਿਆ ਕਰੋ। ਤੇ ਹੁਣ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਦਾ ਸਫ਼ਰ ਕਰਦੇ। ਬਹਾਦਰ ਸ਼ਾਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਥੋੜ੍ਹਾ ਫਰਕ ਹੈ, ਮੇਲ ਫਰਕ ਦੇ ਨਾਲ ਰਹਿ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਸਦਾ ਤੰਬੂ ਉਹਨਾਂ ਦਾ ਡੇਰਾ ਕੁਝ ਹਟਮਾ ਹੁੰਦਾ, ਬਹਾਦਰ ਸ਼ਾਹ ਦਾ ਆਪਣਾ ਜਿਹੜਾ ਡੇਰਾ ਫੌਜਾਂ ਸੀ ਉਹ ਹਟਮਾ ਹੁੰਦਾ ਹੈ। ਆਓ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਕਥਾ ਸਰਵਣ ਕਰੀਏ ਜੀ। ਦੋਹਰਾ ਸਾਹਿਬ ਪਹੁੰਚੇ ਨਦੀ ਤਟ। ਸੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੀ ਤਾਪਤੀ ਨਦੀ ਉਸ ਦੇ ਕੰਢੇ ਤੇ ਪਹੁੰਚ ਗਏ ਹਨ। ਸਿਵਰ ਕਰਿਓ ਸਭ ਥਾਨ। ਚੰਗੀ ਜਗ੍ਹਾ ਦੇਖ ਕੇ ਤੇ ਫਿਰ ਉੱਥੇ ਸਿਵਰ ਕੀਤਾ ਹੈ, ਉੱਥੇ ਤੰਬੂ ਲਾਏ ਟਿਕਾਣਾ ਬਣਾਇਆ ਹੈ। ਸਿੰਘ ਰਹੇ ਪਾਛੇ ਕਿਤਕ, ਕੁਝ ਕੁ ਸਿੰਘ ਪਿੱਛੇ ਰਹਿ ਗਏ ਸਨ। ਧਰੇ ਤੁਫੰਗ ਕਮਾਨ। ਸੋ ਇੰਜ ਉਹਨਾਂ ਦੇ ਕੋਲ ਬੰਦੂਕਾਂ ਹਨ, ਤੀਰ ਕਮਾਨ ਹਨ, ਤੇ ਮਹਾਰਾਜ ਦਾ ਹੁਕਮ ਵੀ ਹੁੰਦਾ ਸੀ ਵੀ ਸ਼ਾਸਤਰ ਹੀਣ ਨਾ ਕਬੂ ਹੋਈ, ਵੀ ਸ਼ਾਸਤਰ ਹਮੇਸ਼ਾ ਆਪਣੇ ਕੋਲ ਰੱਖਣੇ ਨੇ। ਘੱਟੋ ਘੱਟ ਬੜੀ ਸ੍ਰੀ ਸਾਹਿਬ ਜਿਹੜੀ ਉਹ ਤਾਂ ਬਹੁਤ ਜ਼ਰੂਰੀ ਹੈ ਨਾ, ਪਰ ਫਿਰ ਵੀ
ਜਿਹੜੇ ਜਿਹੜੇ ਸ਼ਸਤਰ ਤੁਸੀਂ ਰੱਖ ਸਕਦੇ, ਜਿਨ੍ਹਾਂ ਨੂੰ ਤੁਸੀਂ ਚਲਾ ਸਕਦੇ ਹੋ, ਮਹਾਰਾਜ ਦਾ ਹੁਕਮ ਹੁੰਦਾ ਸੀ ਵੀ ਉਹ ਸ਼ਸਤਰ ਨਾਲ ਰੱਖਣੇ ਨੇ। ਸੋ ਜਿਹੜੇ ਸਿੰਘ ਪਿੱਛੇ ਰਹਿ ਗਏ ਨੇ ਉਹ ਵੀ ਸ਼ਸਤਰਧਾਰੀ, ਉਹਨਾਂ ਦੇ ਕੋਲ ਆਪੋ ਆਪਣੇ ਸ਼ਸਤਰ ਸਨ। ਚੌਪਈ ਘਾਸ ਲੈਣ ਕੇ ਹਮ ਬਿਰਮਾਏ। ਸੋ ਉੱਥੇ ਸਿੰਘਾਂ ਨੇ ਘਾਹ ਦੇਖਿਆ, ਘਾਹ ਬੜਾ ਵਧੀਆ ਸੀ, ਨਰਮ ਨਰਮ ਘਾਹ ਸੀਗਾ, ਤੇ ਉੱਥੇ ਮਨ ਭਰਮ ਗਿਆ। ਚਤੌੜ ਵਿੱਚ ਵੀ ਘਾਹ ਤੋਂ ਲੜਾਈ ਹੋ ਗਈ, ਤੇ ਹੁਣ ਇੱਥੇ ਤਾਪਨੀ ਨਦੀ ਦੇ ਕੰਢੇ ਤੇ ਮਹਾਰਾਜ ਦਾ ਡੇਰਾ, ਤੇ ਇੱਥੇ ਵੀ ਜਿਹੜੇ ਪਿੱਛੇ ਸਿੰਘ ਆ ਰਹੇ ਸਨ ਇਹਨਾਂ ਨੇ ਸੋ ਕਿਸੇ ਬੰਦੇ ਦੇ ਕੋਲ ਸੋ ਘਾਹ ਵੇਖਿਆ। ਘਾਹ ਉਹਨੇ ਵੇਚਣਾ ਹੀ ਸੀਗਾ, ਤੇ ਸਿੰਘਾਂ ਨੂੰ ਘਾਹ ਚੰਗਾ ਲੱਗਾ ਵੀ ਚਲੋ ਘੋੜਿਆਂ ਵਾਸਤੇ ਲੈ ਲੈਂਦੇ ਆ। ਤੇ ਸਿੰਘਾਂ ਨੇ ਉਹ ਘਾਹ ਦੇ ਮਾਲਕ ਦੇ ਨਾਲ ਗੱਲ ਕਰ ਲਈ ਵੀ ਇਹ ਕੀ ਤੂੰ ਲੈਣਾ, ਇਹਦਾ ਜੋ ਤੂੰ ਲੈਣਾ ਸਾਡੇ ਕੋਲ ਲੈ, ਤੇ ਘਾਹ ਸਾਨੂੰ ਦੇ ਦੇ। ਰੋਕਿਓ ਜਾਏ ਭਾਰ ਬੰਧਵਾਏ। ਤੇ ਉਹਦੇ ਕੋਲੋਂ ਇਹ ਸਾਰਾ ਘਰ ਗਵਾ ਲਿਆ ਵੀ ਜੋ ਵੀ ਤੂੰ ਲੈ ਕੇ ਜਾ ਰਿਹਾ ਨਾ, ਅਸੀਂ ਇਹਦੇ ਖਰੀਦਦਾਰ ਆ, ਇਹ ਤੂੰ ਸਾਨੂੰ ਦੇ ਦੇ। ਉਤ ਤੇ ਕਸ਼ ਦਲ ਸੁਭਟ ਘਨੇਰੇ। ਉਧਰੋਂ ਬਾਦਸ਼ਾਹ ਦਾ ਇੱਕ ਦਲ, ਸ਼ਾਹੀ ਦਲ, ਉਹ ਭਾਰਾ ਦਲ ਸੀ, ਉਹ ਵੀ ਆ ਰਿਹਾ ਸੀ। ਉਤੇ ਸ਼ਾਹੋ ਕੇ ਪਿਖਿਓ ਵਡੇਰੇ। ਉਹ ਹੁਣ ਸੋ ਸੈਂਟਰ ਦੀ ਫੌਜ ਸੀ, ਤੇ ਬਾਦਸ਼ਾਹ ਦੇ ਸ਼ਾਹੀ ਫੌਜੀਆਂ ਵਿੱਚੋਂ ਸਨ, ਦਲ ਵੀ ਤਕੜਾ ਸੀਗਾ। ਇਸ ਕਰਕੇ ਉਹਨਾਂ ਨੇ ਹਰ ਇੱਕ ਤਰ੍ਹਾਂ ਕਰਕੇ ਸਿੰਘਾਂ ਨਾਲੋਂ ਆਪਣੇ ਆਪ ਨੂੰ ਵੱਡਾ ਜਾਣਿਆ ਵੀ ਇੱਕ ਤਾਂ ਅਸੀਂ ਬਾਦਸ਼ਾਹ ਦੇ ਫੌਜੀ ਹਾਂ, ਦੂਸਰਾ ਸਾਡੀ ਇਹਨਾਂ ਸਿੰਘਾਂ ਨਾਲੋਂ ਗਿਣਤੀ ਵੀ ਜ਼ਿਆਦੇ ਹੈ, ਤੇ ਇਸ ਘਾਹ ਦੇ ਉੱਤੇ ਹੱਕ ਵੀ ਸਾਡਾ ਬਣਦਾ ਹੈ। ਕਹੇ ਸੋ ਹਮ ਲੀਨੇ ਤ੍ਰਿਣ ਘਨੇ। ਉਹਨੇ ਕਿਹਾ ਵੀ ਇਹ ਘਾਹ ਤਾਂ ਅਸੀਂ ਲੈਣਾ ਤੇ ਹੋਰ ਵੀ ਚਾਹੀਦਾ। ਜਿਹੜਾ ਘਾਹ ਵੇਚਣੇ ਵਾਲਾ ਸੀ ਇਹਨਾਂ ਨੂੰ ਕਿਹਾ ਵੀ ਸਾਨੂੰ ਤਾਂ ਹੋਰ ਬਹੁਤ ਸਾਰਾ ਘਾਹ ਚਾਹੀਦਾ ਹੈ। ਤੁਮ ਕੈਸੇ ਮਾਲਕ ਅਬ ਬਨੇ। ਤੇ ਸਿੰਘਾਂ ਨੂੰ ਕਹਿਤਾ ਉਹਨਾਂ ਨੇ, ਸ਼ਾਹੀ ਫੌਜੀਆਂ ਨੇ, ਵੀ ਤੁਸੀਂ ਕਿਵੇਂ ਮਾਲਕ ਬਣ ਗਏ ਵੀ ਇਹ ਤਾਂ ਅਸੀਂ ਵੇਖਿਆ। ਹਾਲਾਂਕਿ ਸਿੰਘਾਂ ਨੇ ਪਹਿਲੋਂ ਰੋਕਿਆ ਸੀਗਾ ਉਹਨੂੰ, ਘਾਹ ਵਾਲੀ ਨੂੰ, ਕਹਿੰਦੇ ਸਾਨੂੰ ਹੋਰ ਚਾਹੀਦਾ, ਸਾਡੀ ਲੋੜ ਹੈ, ਤੁਸੀਂ ਨਹੀਂ ਮਾਲਕ ਹੋ, ਮਾਲਕ ਅਸੀਂ ਹਾਂ, ਅਸੀਂ ਬਾਦਸ਼ਾਹ ਦੀ ਫੌਜ ਹਾਂ। ਸੋ ਇਹ ਘਾਹ ਦੇ ਉੱਤੇ ਹੱਕ ਜਿਹੜਾ ਸਾਡਾ ਹੈ। ਕਿਤਕ ਤੁਰਕ ਤਿਨ ਮੈਂ ਅਸ ਹੋਤੇ। ਹੁਣ ਉਹ ਗੱਲ ਬਦਲਣੀ ਨਹੀਂ ਸੀ, ਪਰ ਇਹ ਜਿਹੜੀ ਸ਼ਾਹੀ ਫੌਜ ਸੀ ਇਹਦੇ ਵਿੱਚ ਕੁਝ ਤੁਰਕ ਐਸੇ ਸਨ ਜਿਨ ਸੰਬੰਧੀ ਸਿੰਘਨ ਹਤੇ। ਜਿਨ੍ਹਾਂ ਦੇ ਸੰਬੰਧੀ, ਕਿਸੇ ਦਾ ਭਰਾ, ਕਿਸੇ ਦਾ ਬਾਪ, ਕਿਸੇ ਦਾ ਜਵਾਈ, ਕਿਸੇ ਦਾ ਪੁੱਤ ਆਨੰਦਪੁਰ ਸਾਹਿਬ ਜਾਂ ਚਮਕੌਰ ਦੀ ਜੰਗ ਵਿੱਚ ਮਾਰੇ ਜਾ ਚੁੱਕੇ ਸਨ, ਤੇ ਸਿੰਘਾਂ ਦੇ ਹੱਥੋਂ, ਗੁਰੂ ਸਾਹਿਬ ਜੀ ਦੇ ਹੱਥੋਂ। ਤੇ ਉਹ ਬਾਦਸ਼ਾਹ ਦੀ ਫੌਜ ਦੇ ਵਿੱਚ, ਫੌਜ ਤਾਂ ਸਾਰੀ ਰੰਗਜੇ ਵਾਲੀ, ਤੇ ਉਹ ਬੜੇ ਤਾਂ ਰੜਕਦੇ ਸਨ। ਕਈਆਂ ਨੂੰ ਤਾਂ ਬਾਦਸ਼ਾਹ ਦਾ ਤੇ ਗੁਰੂ ਸਾਹਿਬ ਜੀ ਦਾ ਮੇਲ ਵੀ ਬੜਾ ਭਾਰੀ ਰੜਕਦਾ ਸੀ। ਆਨੰਦਪੁਰ ਬੜ ਜੰਗ ਮਝਾਰਾ। ਆਨੰਦਪੁਰ ਸਾਹਿਬ ਦੇ ਵਿੱਚ ਪਤਾ ਹੀ ਹੈ ਕਾਫੀ ਲੰਬਾ ਜੰਗ ਚੱਲਿਆ ਸੀ, 8 ਮਹੀਨੇ। ਮਾਰੇ ਤਹਾਂ ਸੋਕ ਸੁਨ ਧਾਰਾ। ਸੋ ਫਿਰ ਉੱਥੇ ਉਸ ਯੁੱਧ ਵਿੱਚ ਬੜੇ ਮੁਗਲ ਮਰੇ ਸਨ, ਫੌਜੀ ਜਰਨੈਲ ਵੀ ਮਰੇ ਸਨ, ਤੇ ਇਹਨਾਂ ਦੇ ਘਰਾਂ ਦੇ ਵਿੱਚ ਸੋਗ ਤਾਂ ਪੈਣਾ ਹੀ ਸੀਗਾ। ਹੁਣ ਜਦੋਂ ਮੌਤ ਹੋ ਗਈ ਹੈ ਤੇ ਰਿਸ਼ਤੇਦਾਰਾਂ ਵਿੱਚ ਸੋਗ ਪੈ ਜਾਂਦਾ, ਘਰ ਦਾ ਇੱਕ ਪਾਸੇ ਪੂਰਾ ਸੋ ਭਾਈਚਾਰੇ 'ਚ ਸੋਗ ਪੈ ਜਾਂਦਾ ਜਦੋਂ ਕੋਈ ਮੌਤ ਹੁੰਦੀ ਹੈ। ਇਸ ਕਰਕੇ ਸੋ ਜਿਹੜੇ ਪੀੜਤ ਸਨ, ਜਿਨ੍ਹਾਂ ਦੇ ਸੰਬੰਧੀ ਆਨੰਦਪੁਰ ਸਾਹਿਬ ਜਾਂ ਚਮਕੌਰ ਸਾਹਿਬ ਮਾਰੇ ਗਏ ਸਨ, ਉਹ ਅੰਦਰੋਂ ਸਿੰਘਾਂ ਦੇ ਨਾਲ ਵੈਰ ਰੱਖਦੇ ਸਨ। ਸਿਮਰਨ ਕਰਿਓ ਬੈਰ ਪਛਾਤੀ। ਤੇ ਅੱਜ ਇਹਨਾਂ ਨੇ ਦੇਖਿਆ ਵੀ ਮੌਕਾ ਆ ਵੀ ਅੱਜ ਇਹ ਥੋੜੇ ਜਿਹੇ ਸਿੰਘ ਨੇ, ਤੇ ਅੱਜ ਫਿਰ ਆਪਾਂ ਜਿੰਨੇ ਹੈਗੇ ਇੰਨੇ ਹੀ ਮਾਰ ਕੇ ਨਾ ਤੇ ਆਪਾਂ ਬਦਲਾ ਲੈਂਦੇ ਹਾਂ। ਤੇ ਉਹ ਆਨੰਦਪੁਰ ਸਾਹਿਬ ਵਾਲਾ ਤੇ ਚਮਕੌਰ ਸਾਹਿਬ ਵਾਲਾ ਸੋ ਉਹ ਵੈਰ ਚੇਤੇ ਆ ਗਿਆ। ਉਹਦਾ ਯੁੱਧ ਦੇ ਮੈਦਾਨ ਦੇ ਵਿੱਚ ਸੋ ਲੜੇ ਤੇ ਮਰੇ, ਉੱਥੇ ਹਿਸਾਬ ਦਾ ਬਰਾਬਰ ਹੋ ਜਾਂਦਾ। ਤੇ ਜਿਹੜੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਾਇਆ ਸੀ, ਤੇ ਫਿਰ ਕਿਵੇਂ ਭੁਲਾ ਦਿੱਤੇ ਜਾਂਦੇ? ਉਹ ਤਾਂ ਕਦੀ ਭੁਲਾਏ ਹੀ ਨਹੀਂ ਜਾ ਸਕਦੇ। ਹਾਲਾਂਕਿ ਵਜੀਦੇ ਨੂੰ ਬਹੁਤ ਬੁਰੀ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਫਿਰ ਘੜੀਸ ਕੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਮਾਰਿਆ, ਸਰਹੰਦ ਨੂੰ ਉਜਾੜਿਆ। 2 ਵਾਰੀ ਸਰਹੰਦ ਉਜੜੀ। ਜੱਸਾ ਸਿੰਘ ਆਲੂਵਾਲੀਏ ਨੇ ਤਾਂ ਸੋ ਜਿਹੜੀ ਅਸਲ ਸਰਹੰਦ ਸੀ ਉਹਦੀ ਇੱਕ ਵੀ ਇੱਟ ਨਹੀਂ ਸੀ ਰਹਿਣ ਦਿੱਤੀ। ਉੱਥੇ ਹਾਲ ਫੇਰਿਆ, ਸੁਹਾਗਾ ਮਾਰਿਆ, ਖੇਤੀ ਕੀਤੀ ਸੀ ਵੀ ਇਹ ਗੁਰੂ ਮਾਰੀ ਸਰਹੰਦ ਹੈ।
ਤੇ ਕੀ ਭੁੱਲ ਗਿਆ ਸਿੰਘਾਂ ਨੂੰ? ਤਾਂ ਅੱਜ ਵੀ ਨਹੀਂ ਭੁੱਲਦਾ ਹੈ। ਸੋ ਜਿਹੜਾ ਸਾਕਾ ਇਹ ਵਰਤਾਇਆ ਸੀ ਵਜੀਦੇ ਨੇ, ਕਿਵੇਂ ਭੁੱਲ ਜਾਵੇ। ਤੇ ਇਹ ਤਾਂ ਯੁੱਧ ਦੇ ਮੈਦਾਨ ਦੇ ਵਿੱਚ ਸੋ ਜਦੋਂ ਆਮਣੋ ਸਾਹਮਣੇ ਮੁਕਾਬਲੇ ਹੁੰਦੇ ਤੇ ਉਸ ਵੇਲੇ ਤਾਂ ਫਿਰ ਨਾਲ ਹੀ ਹਿਸਾਬ ਦਾ ਬਰਾਬਰ ਹੋ ਜਾਂਦਾ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ ਨਾ, ਸਕਤਾ ਸੀ ਮਾਰੀ ਪੈ ਵਗੈ, ਕਹਿੰਦੇ ਤਾਂ ਮਨ ਰੋਸ਼ ਹੈ। ਜੇ ਸ਼ੇਰ ਨਾ ਵੱਗ ਦੇ ਉੱਤੇ ਪੈ ਜਾਵੇ, ਸੋ ਭੇਡਾਂ ਬੱਕਰੀਆਂ ਤੇ ਹਰਨਾਂ ਦੇ ਉੱਤੇ ਪੈ ਜਾਵੇ, ਤਾਕਤਵਰ ਬੰਦਾ ਸੋ ਜੇ ਕਮਜ਼ੋਰ ਨੂੰ ਪੈ ਜਾਵੇ ਢਾਲ ਜਾਵੇ, ਫੇਰ ਕਰੂ ਉਹ ਵੀ ਬਿਨਾਂ ਕਸੂਰ ਤੋਂ, ਫੇਰ ਤਾਂ ਰੋਸ ਹੈ। ਇਹ ਤਾਂ ਨਾ ਫੌਜਾਂ ਦਾ ਯੁੱਧ ਸੀਗਾ। ਆ ਜਾ ਕੇ ਫੌਜਾਂ ਔਰੰਗਜ਼ੇਬ ਦੇ ਕੋਲ ਜ਼ਿਆਦੀਆਂ ਸਨ ਤੇ ਨਾਲ ਪਹਾੜੀ ਵੀ ਸਨ। 22 ਲੱਖ ਤਾਂ ਦੀ ਆਪਣੀ ਫੌਜ ਸੀ, ਜਦੋਂ 10 ਲੱਖ ਯੁੱਧ ਕਰਦੀ ਪਈ ਸੀ ਅਨੰਦਪੁਰ ਸਾਹਿਬ ਦੇ ਵਿੱਚ, ਤੇ ਬਾਕੀ ਪਹਾੜੀਆਂ ਦੀ 3.5 ਲੱਖ ਫੌਜ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕਿੰਨੀ ਫੌਜ ਸੀ, ਇਹ ਸੋ ਸਮਤੋਲ ਤਾਂ ਬਣਦਾ ਨਹੀਂ ਸੀ। ਪਰ ਦੇਖ ਲਓ ਉਲਟਾ ਤਾਂ ਰੋਸ ਤਾਂ ਗੁਰੂ ਸਾਹਿਬ ਜੀ ਨੂੰ ਚਾਹੀਦਾ ਜਾਂ ਸਿੰਘਾਂ ਨੂੰ ਚਾਹੀਦਾ, ਤੇ ਇਹ ਕਰਦੇ ਪਏ ਵੀ ਸਾਡੇ ਸਰਬੱਧੀ ਮਾਰੇ, ਵੀ ਤੁਸੀਂ ਮਾਰੀ ਜਾਓ, ਵੀ ਹੁਣ ਤੁਹਾਡੇ ਮਰੇ ਆ ਤਾਂ ਫਿਰ ਤੁਸੀਂ ਸੇਕ ਲੱਗਾ ਤੁਹਾਨੂੰ। ਸੋ ਉਹ ਫਿਰ ਦੁੱਖ, ਉਹਨਾਂ ਦਾ ਮਨ ਦੁਖੀ ਸੀ ਜਿਹੜੇ ਸਰਬੱਧੀ ਜਿਨ੍ਹਾਂ ਦੇ ਮਾਰੇ ਗਏ ਸਨ, ਤੇ ਉਹਨਾਂ ਨੇ ਫਿਰ ਪੁਰਾਣਾ ਬੈਰ ਚੇਤੇ ਕਰ ਲਿਆ। ਹੋਤ ਭਏ ਆ ਯੁੱਧ ਕੇ ਘਾਤੀ, ਉਹ ਯੁੱਧ ਦੇ ਮੈਦਾਨ ਦੇ ਵਿੱਚ ਮਰੇ ਸਨ ਇਹਨਾਂ ਦੇ ਸੰਬੰਧੀ। ਇਤ ਸਿੰਘਨ ਪੀ ਤੁਪਕ ਚਲਾਈ, ਤੇ ਉਹਨਾਂ ਨੇ ਫਿਰ ਕੀ ਕੀਤਾ, ਤੇ ਯੁੱਧ ਦਾ ਬਹਾਨਾ ਬਣਾਇਆ ਵੀ ਐਵੇਂ ਲੜਾਈ ਦੀ ਕਿਹੜੀ ਗੱਲ ਹੈ, 2-4 ਗਾਲਾਂ ਕੱਢ ਤੋਂ ਲੜਾਈ ਵੱਧ ਜਾਂਦੀ ਹੈ। ਲੜਾਈ ਨੂੰ ਬੰਦ ਕਰਨਾ, ਲੜਾਈ ਨੂੰ ਨਿਬੇੜਨਾ, ਸਮਝੌਤਾ ਕਰਾਉਣਾ, ਕੰਮ ਤਾਂ ਇਹ ਔਖੇ ਹੈ, ਲੜਾਈ ਕਰਨੀ ਤਾਂ ਕੋਈ ਔਖੀ ਨਹੀਂ ਹੈ। ਇੱਕਦਮ ਉਹਨਾਂ ਨੇ ਗੱਲ ਵਧਾ ਦਿੱਤੀ। ਤੇ ਹੁਣ ਸਿੰਘ ਕਿਹੜਾ ਅੱਗੋਂ, ਸਿੰਘ ਇੱਦਾਂ ਤਾਂ ਕਦੀ ਸੋਚਦੇ ਨਹੀਂ ਵੀ ਇਹ ਘੱਟ ਹੈ। ਸੱਚੇ ਪਾਤਸ਼ਾਹ ਦੀ ਸਪਿਰਟ ਹੀ ਐਸੀ ਭਰੀ ਹੋਈ ਹੈ, ਤੇ ਸਿੰਘਾਂ ਨੇ ਵੀ ਆਪਣੀਆਂ ਗੋਲੀਆਂ ਬੰਦੂਕਾਂ ਦੇ ਫੈਰ ਖੋਲ ਦਿੱਤੇ, ਭਾਵੇਂ ਥੋੜੇ ਹੀ ਸੀ, ਪੈਰ ਜਮਾ ਲਏ ਸਿੰਘਾਂ ਨੇ। ਨਾਹਕ ਹੀ ਵੱਜ ਪਰੀ ਲੜਾਈ, ਬਿਨਾਂ ਕਾਰਨ ਤੋਂ ਫੇਰ ਯੁੱਧ ਹੋ ਗਿਆ। ਦੂਸਰੀ ਵਾਰੀ ਘਾਹ ਤੋਂ ਯੁੱਧ ਹੋਇਆ, ਪਹਿਲੋਂ ਚਤੌੜ ਵਿੱਚ ਹੋਇਆ, ਹੁਣ ਇਹ ਤਾਪਤੀ ਨਦੀ ਦੇ ਕੰਢੇ ਦੇ ਨੇੜੇ ਹੋ ਗਿਆ। ਸ੍ਰੀ ਗੁਰੂ ਡੇਰਾ ਕਰ ਸੁਭ ਥਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਸੀ, ਨੇੜੇ ਹੀ ਸੀ ਜਿੱਥੇ ਯੁੱਧ ਚੱਲਿਆ ਸੀ। ਹੇਤੁ ਸੁਚੇਤੇ ਉਤ ਹੀ ਆਏ, ਸੱਚੇ ਪਾਤਸ਼ਾਹ ਮਹਾਰਾਜ ਨਾਲ 1-2 ਸਿੰਘਾਂ ਨੂੰ ਨਾਲ ਲੈ ਕੇ ਸੋ ਉਸੇ ਪਾਸੇ ਵੱਲ ਨੂੰ ਜਿੱਧਰ ਇਹ ਰੌਲਾ ਪੈ ਗਿਆ, ਤੇ ਮਹਾਰਾਜ ਜੰਗਲ ਪਾਣੀ ਹੋਣ ਵਾਸਤੇ ਆ ਗਏ ਸਨ। ਲੜੈ ਸਿੰਘ ਸੁਣ ਕੇ ਪ੍ਰਭ ਕਾਨ, ਜਦੋਂ ਲੜਾਈ ਦਾ ਰੌਲਾ ਪਿਆ, ਮਹਾਰਾਜ ਨੇ ਕਿਵੇਂ ਤਾਂ ਵੀ ਲੜਾਈ ਹੋ ਗਈ, ਯੁੱਧ ਹੋ ਗਿਆ। ਮਾਨ ਸਿੰਘ ਭੇਜਿਓ ਤੇ ਸਥਾਨ, ਉੱਥੇ ਇੱਕ ਬਹੁਤ ਸਿਆਣਾ ਸੁਲਝਿਆ ਹੋਇਆ ਗੁਰਮੁਖ ਸਿੱਖ ਜੁਝਾਰੂ ਸਿੰਘ, ਜਿਹਦਾ ਨਾਂ ਸੀ ਭਾਈ ਮਾਨ ਸਿੰਘ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਬਹੁਤ ਸਿਆਣਾ ਤੇ ਸਮਝਦਾਰ ਸਮਝਦਿਆਂ ਹੋਇਆ, ਤੇ ਮਹਾਰਾਜ ਨੇ ਮਾਨ ਸਿੰਘ ਨੂੰ ਕਿਹਾ, ਭਾਈ ਮਾਨ ਸਿੰਘ ਜੀ ਤੁਸੀਂ ਜਾਓ। ਲਰਹਿ ਸਿੰਘ ਸੋ ਸਿੰਘ ਲੜ ਲੈ ਨੇ ਵੀ ਜਾ ਕੇ ਤੁਸੀਂ ਹਟਾਉਣਾ ਕਰੋ। ਦੋਨੋਂ ਦਿਸ ਸਮਝਾਏ ਹਟਾਵੋ, ਤੇ ਦੋਨਾਂ ਪਾਸਿਆਂ ਦੇ ਸੋ ਜਿਹੜੇ ਇਧਰੋਂ ਸਿੰਘਾਂ ਨੂੰ ਵੀ ਸਮਝਾਓ। ਉਹ ਜਿਹੜਾ ਇਹ ਹੁੰਦਾ ਨਾ ਵਿਚੋਲਾ, ਇੱਕ ਪਾਸੇ ਦੀ ਜੀ ਗੱਲ ਕਰੂਗਾ ਤੇ ਫਿਰ ਕਦੀ ਵੀ ਗੱਲ ਸਿਰੇ ਨਹੀਂ ਚੜ੍ਹਦੀ ਹੁੰਦੀ। ਵਿਚੋਲੇ ਨੂੰ ਦੋਨਾਂ ਪਾਸਿਆਂ ਦੀ ਗੱਲ ਕਰਨੀ ਪੈਂਦੀ ਹੈ। ਗਲਤ ਨੂੰ ਗਲਤ ਕਹਿਣਾ ਪੈਂਦਾ ਤੇ ਸਹੀ ਨੂੰ ਸਹੀ ਕਹਿਣਾ ਪੈਂਦਾ, ਤੇ ਫਿਰ ਸੋ ਨਿਆਂ ਹੁੰਦਾ, ਫਿਰ ਸੰਧੀ ਹੁੰਦੀ ਹੈ। ਸੋ ਜੇ ਇੱਕ ਪਾਸੇ ਦੇ ਫੈਸਲੇ ਲੈਂਦੇ ਜਾਓ ਤੇ ਫਿਰ ਨਹੀਂ, ਕਰਤੇ ਪੁਰਖ ਨੂੰ ਵੀ ਇਹ ਚੰਗਾ ਨਹੀਂ ਲੱਗਦਾ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਭਾਈ ਮਾਨ ਸਿੰਘ ਨੂੰ ਕਿਹਾ ਵੀ ਤੁਸੀਂ ਦੋਨਾਂ ਪਾਸਿਆਂ ਦੇ ਜਿਹੜੇ ਨੇ ਤੇ ਸਿੰਘਾਂ ਨੂੰ ਵੀ ਸਮਝਾਓ ਤੇ ਮੁਗਲਾਂ ਨੂੰ ਵੀ ਸਮਝਾਓ ਵੀ ਯੁੱਧ ਬੰਦ ਕਰਵਾ ਕੇ ਆਓ। ਕਿਉਂ ਨਾਹਕ ਲੜ ਪ੍ਰਾਣ ਗਵਾਵੋ, ਵੀ ਕਿਉਂ ਐਵੇਂ ਬਿਨਾਂ ਕਾਰਨ ਤੋਂ ਲੜਾਈ ਕਰਦੇ ਹੋ ਤੇ ਆਪਣੇ ਪ੍ਰਾਣ ਗਵਾ ਰਹੇ ਹੋ। ਅਲਪ ਬਾਤ ਪਰ ਇਤਕ ਬਖੇਰਾ, ਐਵੇਂ ਛੋਟੀ ਜੀ ਗੱਲ ਦੇ ਉੱਤੇ ਏਡਾ ਵੱਡਾ ਬਖੇਰਾ ਪੈਦਾ ਕਰੀ ਜਾ ਰਹੇ ਹੋ। ਨਹਿ ਕੀਜੈ ਦੀਰਘ ਭਟ ਭੇਰਾ, ਵੀ ਏਦਾਂ ਨਾ ਕਰੋ। ਮਹਾਰਾਜ ਨੇ ਭਾਈ ਮਾਨ ਸਿੰਘ ਨੂੰ ਕਿਹਾ, ਉਹਨਾਂ ਨੂੰ ਸਮਝਾਓ ਵੀ ਇਹ ਲੜਾਈ ਛੋਟੀ ਜਿਹੜੀ ਨਾ ਵੱਡਾ ਰੂਪ ਧਾਰਨ ਕਰ ਸਕਦੀ ਹੈ, ਇਸ ਕਰਕੇ ਐਸਾ ਨਾ ਕੀਤਾ ਜਾਵੇ। ਮਾਨ ਸਿੰਘ ਹੈ ਗਇਓ ਧਵਾਏ, ਸੋ ਮਾਨ ਸਿੰਘ ਨੇ ਫਿਰ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਤੇ ਫਿਰ ਘੋੜਾ ਦੜਾ ਕੇ ਜਿੱਥੇ ਸਿੰਘਾਂ ਦਾ ਤੇ ਇਹਨਾਂ ਮੁਗਲੀਆਂ ਫੌਜਾਂ ਦਾ ਯੁੱਧ ਹੋ ਗਿਆ ਸੀਗਾ, ਮਾੜੀ ਜੀ ਗੱਲ ਤੋਂ ਆਪਣਾ ਘੋੜਾ
ਦੌੜਾ ਕੇ ਲੈ ਕੇ ਗਏ ਵੀ ਕੋਈ ਨੁਕਸਾਨ ਨਾ ਜ਼ਿਆਦੇ ਹੋ ਜਾਵੇ। ਕਹਿ ਦੋਨੋਂ ਦਿਸ਼ ਦਏ ਹਟਾਏ। ਤੇ ਭਾਈ ਮਾਨ ਸਿੰਘ ਜੀ ਬੜੇ ਸਿਆਣੇ ਸੁਲਝੇ ਹੋਏ ਸਮਝਦਾਰ ਸਨ ਤੇ ਯੋਧੇ ਵੀ ਸਨ, ਤੇ ਉਹਨਾਂ ਨੇ ਜਾ ਕੇ ਦੋਨਾਂ ਪਾਸਿਆਂ ਦੇ ਜਿਹੜੇ ਸੂਰਵੀਰ ਸਨ ਉਹਨਾਂ ਨੂੰ ਸਮਝਾਇਆ ਤੇ ਯੁੱਧ ਬੰਦ ਕਰਾ ਦਿੱਤਾ, ਹਟਾ ਦਿੱਤੇ ਨੇ। ਗੁਰੂ ਸ਼ਾਹੋ ਕੋ ਮੇਲ ਵਿਸਾਲਾ। ਤੇ ਭਾਈ ਮਾਨ ਸਿੰਘ ਨੇ ਕਿਹਾ ਵੀ ਤੁਸੀਂ ਕਿਉਂ ਲੜਦੇ ਹੋ, ਤੁਸੀਂ ਇੰਨੀ ਗੱਲ ਤਾਂ ਸੋਚੋ ਵੀ ਇਸ ਵਕਤ ਵੀ ਗੁਰੂ ਸਾਹਿਬ ਜੀ ਦਾ ਤੇ ਬਹਾਦਰ ਸ਼ਾਹ ਦਾ ਆਪਸ ਵਿੱਚ ਮੇਲ ਹੈ, ਵੀ ਹੁਣ ਆਪਸ ਵਿੱਚ ਮਿਲਦੇ ਨੇ, ਕਿੰਨੀ ਵਾਰੀ ਇਕੱਠੇ ਹੁੰਦੇ ਨੇ, ਸੋ ਮਿਲ ਕੇ ਬੈਠਦੇ ਨੇ, ਤੇ ਤੁਸੀਂ ਇਹ ਮੇਲ ਤੋੜਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਵੀ ਹਾਂ ਮੇਲ ਟੁੱਟ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਮਾਨ ਸਿੰਘ ਨੂੰ ਸੋਝੀ ਬੜੀ ਸੀ, ਸੋ ਇਸੇ ਗੱਲ ਦੇ ਉੱਤੇ ਤੇ ਇੱਧਰੋਂ ਗੁਰੂ ਸਾਹਿਬ ਜੀ ਦਾ ਨਾਂ ਲਿਆ, ਤੇ ਸਿੰਘ ਤਾਂ ਹੁਣ ਗੁਰੂ ਦੇ ਨਾਂ ਤੇ ਇੱਕਦਮ ਚੁੱਪ ਕਰ ਜਾਂਦੇ, ਸ਼ਾਂਤ ਹੋ ਜਾਂਦੇ। ਉੱਧਰੋਂ ਫਿਰ ਜਿਹੜੀ ਮੁਗਲ ਫੌਜ ਸੀ ਉਹਨਾਂ ਦੇ ਰਾਜੇ ਦਾ ਨਾਂ ਲੈ ਦਿੱਤਾ, ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਮਾਨ ਸਿੰਘ ਨੇ ਵੀ ਇਹਨਾਂ ਨੂੰ ਸਮਝਾਇਆ ਜੀ। ਕਿਸ ਅਲੰਬ ਤੁਮ ਸੰਗਰ ਘਾਲਾ। ਵੀ ਤੁਸੀਂ ਦੱਸੋ ਵੀ ਕਿਹਦੇ ਸਹਾਰੇ ਇਹ ਯੁੱਧ ਕਰ ਰਹੇ ਹੋ। ਸਿੰਘਾਂ ਨੂੰ ਕਿਹਾ ਵੀ ਕੀ ਗੁਰੂ ਨੂੰ ਚੰਗਾ ਲੱਗੇਗਾ ਵੀ ਤੁਸੀਂ ਜਿਹੜਾ ਯੁੱਧ ਕਰ ਰਹੇ ਹੋ, ਤੇ ਗੁਰੂ ਦਾ ਤਾਂ ਬਾਦਸ਼ਾਹ ਨਾਲ ਮੇਲ ਹੈ। ਉੱਧਰੋਂ ਕਹਿ ਦਿੱਤਾ ਇਹਨਾਂ ਨੂੰ ਮੁਗਲ ਫੌਜ ਨੂੰ ਵੀ ਤੁਹਾਨੂੰ ਚੰਗਾ ਲੱਗੇਗਾ ਬਹਾਦਰ ਸ਼ਾਹ ਦੇ ਹੁਕਮ ਤੋਂ ਬਿਨਾਂ, ਉਹਦੇ ਇਰਾਦੇ ਤੋਂ ਉਲਟ, ਕਿਉਂਕਿ ਉਹਦਾ ਤਾਂ ਗੁਰੂ ਸਾਹਿਬ ਜੀ ਦੇ ਨਾਲ ਮੇਲ ਹੈ, ਤੇ ਤੁਸੀਂ ਉਹਨਾਂ ਦੇ ਸਿੰਘਾਂ ਦੇ ਨਾਲ ਯੁੱਧ ਕਰਦੇ ਹੋ, ਵੀ ਕਿਹਦੇ ਸਹਾਰੇ ਲੜਦੇ ਹੋ। ਸਿੰਘਾਂ ਨੂੰ ਕਿਹਾ ਨਾ ਤਾਂ ਤੁਹਾਨੂੰ ਗੁਰੂ ਨੇ ਸ਼ਾਬਾਸ਼ ਦੇਣੀ ਹੈ ਵੀ ਚੰਗਾ ਤੁਸੀਂ ਰਣ ਜਿੱਤ ਕੇ ਆਏ, ਤੇ ਉੱਧਰੋਂ ਸੋ ਮੁਗਲ ਫੌਜਾਂ ਨੂੰ ਵੀ ਕਹਿਤਾ ਨਾ ਤੁਹਾਨੂੰ ਬਾਦਸ਼ਾਹ ਨੇ ਇਨਾਮ ਦੇਣਾ, ਤੁਸੀਂ ਗਲਤ ਕਰ ਰਹੇ ਹੋ, ਇਸ ਕਰਕੇ ਹਟ ਜਾਓ। ਮਰੇ ਪਰੇ ਦੋਹੇ ਦਿਸਕੇ ਯੋਧਾ। ਭਾਈ ਮਾਨ ਸਿੰਘ ਜੀ ਕਹਿੰਦੇ ਕੀ ਫਾਇਦਾ ਹੋਇਆ, ਆ ਦੋਨਾਂ ਪਾਸਿਆਂ ਤੋਂ ਕੁਝ ਮੌਤਾਂ ਹੋ ਗਈਆਂ, ਅਜਾਈ ਪ੍ਰਾਣ ਗਵਾ ਲਏ। ਕਾਸ ਹੇਤ ਕੀਓ ਕੀਨਸ ਕ੍ਰੋਧਾ। ਹੈ ਘਾਹ ਦੇ ਵਾਸਤੇ ਕਹਿੰਦੇ, ਸੋ ਇਹ ਘਾਹ ਤਾਂ ਉੱਥੇ ਦਾ ਉੱਥੇ ਹੀ ਹੈ, ਤੁਸੀਂ ਨਾਲੇ ਘਾਹ ਤਾਂ ਹੋਰ ਵੀ ਵੱਢਿਆ ਜਾ ਸਕਦਾ ਸੀਗਾ। ਸਿੰਘਾਂ ਨੂੰ ਵੀ ਕਿਹਾ ਵੀ ਜੇ ਇਹਨਾਂ ਨੇ ਘਾਹ ਲੈਣਾ ਸੀ ਇਹਨਾਂ ਨੂੰ ਲਿਜਾਣ ਦਿੰਦੇ ਤੇ ਆਪਾਂ ਘਾਹ ਹੋਰ ਲੈ ਲੈਂਦੇ। ਉੱਧਰ ਉਹਨਾਂ ਨੂੰ ਕਹਿ ਦਿੱਤਾ ਮੁਗਲ ਫੌਜਾਂ ਨੂੰ ਵੀ ਤੁਹਾਨੂੰ ਘਾਹ ਦੀ ਵੀ ਕਮੀ ਹੋ ਗਈ ਹੁਣ, ਵੀ ਤੁਸੀਂ ਸ਼ਾਹੀ ਫੌਜ ਹੈ, ਸ਼ਾਹੀ ਫੌਜ ਨੂੰ ਤਾਂ ਕਮੀ ਕੋਈ ਨਹੀਂ ਹੁੰਦੀ, ਤੇ ਇੱਥੋਂ ਵੀ ਤੁਹਾਨੂੰ ਘਾਹ ਹੀ ਨਹੀਂ ਕੋਈ ਦਿੰਦਾ, ਨਾਲੇ ਤੁਸੀਂ ਕਹਿੰਦੇ ਸੀ ਸ਼ਾਹੀ ਫੌਜੀ। ਤੇ ਤਾਂ ਦੋਨਾਂ ਪਾਸਿਆਂ ਦੇ ਜਿਹੜੇ ਸੂਰਮੇ ਸੀ ਉਹਨਾਂ ਨੂੰ ਸ਼ਰਮਿੰਦਿਆਂ ਕੀਤਾ, ਉਹਨਾਂ ਨੂੰ ਯੁੱਧ ਕਰਨ ਤੋਂ ਹਟਾਇਆ। ਹਿਮ ਸਮਝਾਏ ਸ਼ਾਂਤ ਵਰਤਾਈ। ਇੰਜ ਸਮਝਾ ਕੇ ਦੋਨਾਂ ਪਾਸਿਆਂ ਤੋਂ ਸ਼ਾਂਤੀ ਵਰਤਾਤੀ ਭਾਈ ਮਾਨ ਸਿੰਘ ਜੀ ਨੇ। ਫਿਰ ਉਹ ਬੀਚ ਕਰ ਬੀਚ ਤਿਥਾਈ। ਹੁਣ ਭਾਈ ਮਾਨ ਸਿੰਘ ਜੀ ਨੂੰ ਕੋਈ ਖੌਫ ਨਹੀਂ ਸੀ, ਉਹਨਾਂ ਨੂੰ ਇਹ ਨਹੀਂ ਸੀ ਵੀ ਕੋਈ ਮੁਗਲ ਦਾ ਫੌਜੀ ਕੋਈ ਮੈਨੂੰ ਗੋਲੀ ਮਾਰ ਦੋ ਜਾਂ ਤੀਰ ਮਾਰ ਦੋ, ਵੀ ਮੈਂ ਤਾਂ ਹੁਣ ਦੋਨਾਂ ਦਾ ਸਮਝੌਤਾ ਕਰਾ ਰਿਹਾ। ਜਿੱਦਾਂ ਭਾਈ ਕਨ੍ਹਈਆ ਜੀ ਸੋ ਦੋਨਾਂ ਪਾਸੇ ਘੁੰਮਦੇ ਸੀ ਮਸ਼ਕ ਲੈ ਕੇ, ਉੱਧਰੋਂ ਵਰਦੀਆਂ ਸਨ, ਗੋਲੀਆਂ ਤੀਰ ਚੱਲਦੇ ਸਨ, ਪਰ ਕੋਈ ਵੀ ਭਾਈ ਕਨ੍ਹਈਆ ਜੀ ਤੇ ਵਾਰ ਨਹੀਂ ਸੀ ਕਰਦਾ ਵੀ ਦੇਖੋ ਇਹ ਜ਼ਖਮੀਆਂ ਨੂੰ ਪਾਣੀ ਪਿਲਾ ਰਹੇ ਨੇ। ਤੇ ਭਾਈ ਮਾਨ ਸਿੰਘ ਜੀ ਬੇਖੌਫ ਹੋ ਕਰਕੇ ਦੋਨਾਂ ਹੀ ਫੌਜਾਂ ਦੇ ਵਿੱਚ, ਸਿੰਘਾਂ ਵਿੱਚ ਵੀ ਤੇ ਮੁਗਲਾਂ ਦੇ ਵਿੱਚ ਵੀ ਵਿਚਰ ਰਹੇ ਸਨ। ਇੱਕ ਤੁਰਕਨ ਕੇ ਭਟ ਮਤ ਮੰਦ। ਬਸ ਇੱਕ ਮਾੜੀ ਬੁੱਧ ਵਾਲਾ ਤੁਰਕ, ਸੋ ਉਹਦੀ ਮੱਤ ਤਾਂ ਪਹਿਲੋਂ ਹੀ ਫਿਰੀ ਹੁੰਦੀ ਮਾੜੀ ਬੁੱਧ ਵਾਲੇ ਦੀ, ਮਾੜੀ ਬੁੱਧ ਵਾਲੇ ਨੇ ਕੀ ਸੋਚਣਾ। ਸੋ ਹੁਣ ਉਹਦੇ ਕੋਲ ਹੁੰਦੀ ਨਹੀਂ ਵਿਚਾਰ ਵਾਲੀ ਤਾਂ ਬੁੱਧ ਹੀ ਨਹੀਂ ਹੁੰਦੀ, ਉਹਦੀ ਮੱਤ 'ਚ ਜੋ ਕੁਝ ਭਰਿਆ ਹੁੰਦਾ ਬਸ ਉਹੀ ਬੋਲੂ, ਉਹੀ ਗੱਲ ਕਰੂ, ਤੇ ਵਿਚਾਰ ਤਾਂ ਕਰ ਹੀ ਨਹੀਂ ਸਕਦਾ ਮਾੜੀ ਬੁੱਧ ਵਾਲਾ। ਤੇ ਇੱਕ ਐਸਾ ਤੁਰਕ ਜਿਹੜਾ ਮਾੜੀ ਬੁੱਧ ਦਾ ਮਾਲਕ ਸੀ। ਤਿਨ ਕਰ ਤਿਆਰ ਤੁਫੰਗ ਬਿਲੰਦ। ਬਸ ਸਿੰਘਾਂ ਨੂੰ ਦੇਖ ਕੇ ਹੀ ਨਹੀਂ ਸੀ ਉਹ ਸਹਾਂਦਾ। ਤੇ ਜਿੱਦਾਂ ਇਹਦਾ ਵੀ ਕੋਈ ਰਿਸ਼ਤੇਦਾਰ ਮਰਿਆ ਹੋਣਾ ਆਨੰਦਪੁਰ ਸਾਹਿਬ ਜਦ ਚਮਕੌਰ ਦੀ ਜੰਗ ਦੇ ਵਿੱਚ, ਤੇ ਉਹ ਚਾਹੁੰਦਾ ਸੀ ਵੀ ਯੁੱਧ ਵਧੇ, ਸਾਡੀ ਫੌਜ ਜ਼ਿਆਦੇ ਹੈ, ਤੇ ਅਸੀਂ ਸਿੰਘਾਂ ਨੂੰ ਸਾਰਿਆਂ ਨੂੰ ਖਤਮ ਕਰਕੇ ਤੇ ਆਪਣਾ ਬਦਲਾ ਲਈਏ। ਤੇ ਯੁੱਧ ਤਾਂ ਬੰਦ ਹੋ ਗਿਆ। ਭਾਈ ਮਾਨ ਸਿੰਘ ਜੀ ਨੇ ਇੰਨੇ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਦੋਨਾਂ ਪਾਸਿਆਂ ਨੂੰ, ਯੁੱਧ ਬੰਦ ਹੋ ਗਿਆ। ਉਹ ਸ਼ਰਾਰਤੀ ਲੋਕ ਚਾਹੁੰਦੇ ਹੁੰਦੇ ਕਿ ਸ਼ਰਾਰਤੀ ਨਹੀਂ ਚਾਹੁੰਦੇ ਹੁੰਦੇ, ਤੇ ਉਹ ਮਾੜੀ ਬੁੱਧ ਦਾ ਮਾਲਕ ਸੀਗਾ, ਤੇ ਉਹਨੇ ਫਿਰ ਅਤ ਘਿਨਾਉਣੀ ਹਰਕਤ ਕਰ ਦਿੱਤੀ। ਮਾਨ ਸਿੰਘ ਕੋ ਤਾਕ ਚਲਾਈ। ਉਹਨੇ ਫਿਰ ਨਿਸ਼ਾਨਾ ਬੰਨਿਆ, ਸਾਹਮਣੇ ਨਹੀਂ ਆਇਆ, ਹੈ ਤਾਂ ਕਾਇਰਤਾ ਦਾ ਕੰਮ ਸੀਗਾ।
ਸਾਹਮਣੇ ਨਹੀਂ ਆਇਆ, ਘਾਤ ਲਾ ਕੇ ਮਾਨ ਸਿੰਘ ਨੂੰ ਬਹੁਤ ਨੇੜਿਓਂ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੱਤੀ। ਔਚਕ ਲਗੀ ਗਿਰਿਓ ਛਤ ਜਾਈ। ਮਾਨ ਸਿੰਘ ਜੀ ਦਾ ਇਹਦਾ ਸੋਚਿਆ ਨਹੀਂ ਸੀ ਉਹਨਾਂ ਨੇ। ਅਚਾਨਕ ਗੋਲੀ ਉਹਨਾਂ ਦੀ ਛਾਤੀ 'ਚ ਵੱਜ ਗਈ, ਛਾਤੀ ਪਾੜ ਕੇ ਰੱਖ ਦਿੱਤੀ। ਨੇੜਿਓਂ ਸੀ ਨਾ ਫਾਇਰ ਕੀਤਾ ਗਿਆ ਤੇ ਭਾਈ ਮਾਨ ਸਿੰਘ ਜੀ ਉਸੇ ਵਕਤ ਧਰਤੀ ਤੇ ਡਿੱਗ ਗਏ ਤੇ ਸ਼ਹੀਦ ਹੋ ਗਏ। ਦੇਖਤ ਸਿੰਘਨ ਕ੍ਰੋਧ ਵਧਾਇਓ। ਐਡਾ ਗੁਰਮੁਖ ਸਿੰਘ ਗੁਣਾ ਦਾ ਭਰਿਆ ਹੋਇਆ। ਸੋ ਜਿਸ ਨੇ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਯੁੱਧਾਂ 'ਚ ਹਿੱਸਾ ਲਿਆ ਤੇ ਜਦੋਂ ਮਹਾਰਾਜ ਨੇ ਚਮਕੌਰ ਦਾ ਕਿਲ੍ਹਾ ਛੱਡਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲਿਆ ਸੀ। ਤੇ ਕਿੰਨਾ ਕੁ ਸਤਿਗੁਰੂ ਜੀ ਭਾਈ ਮਾਨ ਸਿੰਘ ਦੇ ਨਾਲ ਪਿਆਰ ਕਰਦੇ ਹੋਣਗੇ। ਤੇ ਫਿਰ ਸਿੰਘਾਂ ਨੂੰ ਤਾਂ ਗੁੱਸਾ ਆਉਣਾ ਹੀ ਸੀਗਾ, ਵੀ ਸਿੰਘਾਂ ਨੂੰ ਕ੍ਰੋਧ ਵੱਧ ਗਿਆ ਜੀ। ਭਰੀ ਤਫੰਗਨ ਜੰਗ ਮਚਾਇਓ। ਸਿੰਘ ਤਾਂ ਥੋੜੇ ਸਨ ਪਰ ਭਾਰੀ ਪੈ ਗਏ, ਥੋੜੇ ਸਿੰਘ ਭਾਰੀ ਪੈ ਗਏ। ਇੱਕਦਮ ਉਹਨਾਂ ਨੇ ਫਿਰ ਆਪਣੀਆਂ ਬੰਦੂਕਾਂ ਭਰੀਆਂ ਤੇ ਗੋਲੀਆਂ ਕੱਢ ਦਿੱਤੀਆਂ, ਫਾਇਰ ਕੱਢ ਦਿੱਤੇ, ਜੰਗ ਮਚਾ ਦਿੱਤਾ। ਫਿਰ ਹੇਲਾ ਘਾਲ ਸ਼ਤਰਗਨ ਮਾਰੇ। ਸੋ ਫਿਰ ਇੱਕੇ ਵਾਰੀ ਹੱਲਾ ਨਾ ਕਰਕੇ ਜਿਹੜੇ ਮੋਹਰੇ ਵੱਧਦੇ ਆ ਰਹੇ ਸਨ ਉਹ ਸਾਰੇ ਸਿੱਟ ਲਏ ਸਿੰਘਾਂ ਨੇ। ਗਿਰੇ ਹਯਨ ਤੇ ਮਨਹੁ ਮੁਨਾਰੇ। ਤੇ ਘੋੜਿਆਂ ਤੋਂ ਏਦਾਂ ਤੜ ਕਰਦੇ ਡਿਗੇ ਜਿਵੇਂ ਕਿਸੇ ਬਿਲਡਿੰਗ ਦੇ ਮਨਾਰੇ ਡਿੱਗਦੇ ਹੁੰਦੇ ਨੇ। ਸਿੱਟ ਲੈ ਜਿੰਨੇ ਘੋੜਿਆਂ ਤੇ ਸੀਗੇ ਨਾ ਮੋਹਰੇ, ਉਹ ਸਿੰਘਾਂ ਨੇ ਸਾਰੇ ਸਿੱਟ ਲਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਪਿਰਿਟ ਹੀ ਐਸੀ ਭਰੀ ਹੋਈ ਹੈ ਭਈ ਮਹਾਰਾਜ ਨੇ 1.25 ਲੱਖ ਸੇ ਏਕ ਨਾਲ ਜਦੋਂ ਚਮਕੌਰ ਦਾ ਯੁੱਧ ਹੋਇਆ ਉਸ ਵਕਤ ਸੋ ਗਿਣਤੀ ਦੇ ਹਿਸਾਬ ਨਾਲ 1.25 ਲੱਖ ਦੇ ਤਾਂ ਬੜੇ ਵੱਧ ਆਉਂਦੇ ਸੀਗੇ। ਇੱਕ ਸਿੰਘ ਵੀ, ਸੋ ਇੱਕ ਸਿੰਘ ਨੇ ਵੀ ਯੁੱਧ ਲੜਿਆ, ਦੋ ਸਿੰਘਾਂ ਨੇ ਵੀ ਯੁੱਧ ਲੜਿਆ ਬਾਹਰ ਨਿਕਲ ਕੇ। ਸੋ 5 ਤਾਂ ਆਉਂਦੇ ਹੀ ਸੀਗੇ। ਪਰ ਆਹ ਬੜੀ ਕਮਾਲ ਦੀ ਗੱਲ ਤਾਂ ਪੰਜਾਂ ਦੀ ਵੀ ਬੜੀ ਕਮਾਲ ਦੀ ਹੈ। ਪਰ ਇੱਕ ਨੇ ਬਾਹਰ ਆ ਜਾਣਾ, ਦੋ ਨੇ ਬਾਹਰ ਆਣ ਕੇ ਯੁੱਧ ਲੜਨਾ, ਤੇ ਭੈ ਨਹੀਂ ਸੀ, ਖੌਫ ਹੀ ਨਹੀਂ ਸੀ ਕੋਈ। ਸੋ ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਜੋਸ਼ ਭਰਿਆ ਹੋਇਆ ਤੇ ਇਤਿਹਾਸ ਸਿਰਜ ਦਿੱਤਾ। ਜਦੋਂ 84 'ਚ ਬਲੂ ਸਟਾਰ ਹੋਇਆ ਤੇ ਕੋਈ ਭੈ ਨਹੀਂ ਸੀ, ਹੈਰਾਨ ਰਹਿ ਗਏ, ਦੁਨੀਆ ਹੈਰਾਨ ਹੈ। ਭਾਵੇਂ ਚਲੋ ਅਜੇ ਨਹੀਂ ਬਹਾਦਰੀ ਨੂੰ ਹਿੰਦੁਸਤਾਨ ਦੇ ਵਿੱਚ ਉਜਾਗਰ ਨਹੀਂ ਕੀਤਾ ਜਾ ਸਕਦਾ, ਕੀਤਾ ਨਹੀਂ ਜਾ ਰਿਹਾ ਪੂਰੀ ਤਰ੍ਹਾਂ ਜਿੱਦਾਂ ਹੋਣਾ ਚਾਹੀਦਾ, ਪਰ ਸਮਾਂ ਆਉਣ ਤੇ ਹੋਵੇਗਾ। ਸਮਾਂ ਆਉਣ ਤੇ ਬੜੀ ਬਹਾਦਰੀ, ਬਹੁਤ ਬਹਾਦਰੀ। ਇੱਕ ਗੋਲੀ ਦੀ ਆਵਾਜ਼ ਚੱਲੇ ਤਾਂ ਬੰਦਾ ਤਪ ਜਾਂਦਾ ਹੈ। ਸੋ 4 ਪੁਲਿਸ ਵਾਲੇ ਖੜ੍ਹੇ ਹੋਣ ਤਾਂ ਬੰਦਾ ਰਾਸਤਾ ਬਦਲ ਲੈਂਦੇ ਵੀ ਸਾਨੂੰ ਇਹ ਕਿਵੇਂ ਵੀ ਤੰਗ ਕਰਨਗੇ, ਪੁੱਛਣਗੇ। ਟੈਂਕਾਂ, ਤੋਪਾਂ, ਤਿੰਨੇ ਹੀ ਫੌਜਾਂ ਸੀਗੀਆਂ ਉੱਥੇ ਲੱਗੀਆਂ ਹੋਈਆਂ, ਹਵਾਈ ਫੌਜ, ਨੇਵੀ ਫੌਜ, ਆਰਮੀ, ਥਲ ਸੈਨਾ। ਪਰ ਉੱਥੇ ਕਿੱਦਾਂ ਦੇ ਉਹਨਾਂ ਸਿੰਘਾਂ ਦੇ ਦਿਲ ਹੋਣਗੇ। ਤੇ ਗੁਰੂ ਦਾ ਹੀ ਹੱਥ ਹੋਇਆ, ਗੁਰੂ ਨਾਲ ਹੁੰਦਾ, ਸਿੰਘਾਂ ਦੇ ਹਮੇਸ਼ਾ ਗੁਰੂ ਨਾਲ ਹੁੰਦਾ। ਪਰ ਥੋੜ੍ਹੀ ਜਿਹੀ ਸੁਚਿਤ ਵੀ ਨਹੀਂ ਹੁੰਦੀ ਹੈ। ਸੋ ਬਾਣੀ ਸਿੰਘ ਪੜ੍ਹਦੇ ਰਹਿੰਦੇ ਹੁੰਦੇ। ਬਾਣੀ ਇੱਕ ਜ਼ਰੀਆ ਹੈ, ਜਿਹੜੇ ਬਾਣੀ ਹੈ ਨਾ, ਸੋ ਇਹ ਜ਼ਰੀਆ ਹੁੰਦਾ ਵੀ ਗੁਰੂ ਫਿਰ ਨਾਲ ਰਹਿੰਦਾ, ਗੁਰੂ ਅੰਗ ਸੰਗ ਰਹਿੰਦਾ। ਜੇ ਬਾਣੀ ਛੱਡ ਦਿਓ ਤੇ ਗੁਰੂ ਕਹਿੰਦੇ ਮੈਂ ਨਾ ਕਰੂੰ ਕੀ ਪ੍ਰਤੀਤ, ਆਪਣੀ ਰਹਿਤ ਛੱਡ ਦਿਓ ਤੇ ਜਦੋਂ ਵਿਪਰਨ ਕੀ ਰੀਤ ਪ੍ਰਾਪਤ ਕਰ, ਮਹਾਰਾਜ ਕਹਿੰਦੇ ਫੇਰ ਮੈਂ ਪ੍ਰਤੀਤ ਨਹੀਂ ਕਰਦਾ। ਸਿੰਘ ਰਹਿਤਵਾਨ ਹੋਵੇ, ਬਾਣੀ ਪੜ੍ਹਨੇ ਵਾਲਾ ਹੋਵੇ, ਤੇ ਫਿਰ ਉਹ ਸਿੰਘ ਜਿਹੜਾ ਹੈ ਨਾ ਗੁਰੂ ਸਾਹਿਬ ਜੀ ਦੀ ਬਹੁਤ ਖਾਸ ਬਖਸ਼ਿਸ਼ ਵਾਲਾ ਹੁੰਦਾ ਹੈ। ਫਿਰ ਉਹ ਨਹੀਂ ਪ੍ਰਵਾਹ ਜਾਣਦਾ, ਉਹ ਨਹੀਂ ਵੇਖਦਾ ਮੋਹਰੇ ਕਿੰਨੇ ਨੇ। ਸੋ ਸ਼ਹੀਦ ਹੋਣਾ ਉਹ ਚੰਗਾ ਸਮਝਦਾ ਤੇ ਹੱਸ ਕੇ ਸ਼ਹਾਦਤਾਂ ਪਾਈਆਂ। ਜਦੋਂ ਆ ਖਾੜਕੂਆਂ ਦਾ ਦੌਰ ਚੱਲਿਆ, ਸੋ ਕਿਨੇ ਹਥਿਆਰ ਸਿੱਟੇ ਆ। ਸੋ ਹੱਸ ਕੇ ਸ਼ਹਾਦਤਾਂ ਪਾਈਆਂ ਸਿੰਘਾਂ ਨੇ। ਸੋ ਸਮਾਂ ਆਊਗਾ ਜਦੋਂ ਇਹ ਸਾਰਾ ਕੁਝ ਉਜਾਗਰ ਹੋਵੇਗਾ ਤੇ ਪਤਾ ਲੱਗੂਗਾ ਹਾਂ ਵੀ ਇੱਦਾਂ। ਸੋ ਜਿਹੜੇ ਪੁਰਾਤਨ ਆਪਾਂ ਜਿਵੇਂ ਹੁਣ ਪੜ੍ਹਦੇ ਹਾਂ, ਚਰਖੜੀਆਂ ਤੇ ਚੜੇ, ਬੰਦ ਕਟਵਾਏ, ਤੇ ਜਦੋਂ ਆ ਜਿਹੜਾ ਹੁਣ ਦੌਰ ਚੱਲਿਆ ਤੇ ਇਹਦੇ ਵਿੱਚ ਤਾਂ ਭਾਈ ਬਹੁਤ ਸਿਰਾ ਹੋ ਗਿਆ, ਬਹੁਤ ਸਿਰਾ। ਕੋਈ ਐਸਾ ਤਸੀਹਾ ਹੀ ਨਹੀਂ ਸੀ ਸੋ ਜਿਹੜਾ ਸਿੰਘਾਂ ਨੂੰ ਨਹੀਂ ਦਿੱਤਾ ਗਿਆ। ਸੋ ਭਾਈ ਤਾਰੂ ਸਿੰਘ ਜੀ ਦੀ ਮਾਂ ਨੂੰ ਵੀ ਛੱਡ ਦਿੱਤਾ ਸੀ, ਭੈਣ ਨੂੰ ਵੀ ਛੱਡ ਦਿੱਤਾ ਸੀਗਾ। ਜਿਹੜਾ ਆਹ ਦੌਰ ਚੱਲਿਆ ਨਾ 84 ਤੱਕ, ਸੋ ਜਿਹੜਾ ਚੱਲਿਆ ਸਾਰਾ, ਸੋ ਇਹਦੇ ਵਿੱਚ ਨਹੀਂ ਬਖਸ਼ੀ, ਨਹੀਂ ਛੱਡੇ, ਪਰਿਵਾਰਾਂ ਦੇ ਪਰਿਵਾਰ ਨਹੀਂ ਛੱਡੇ, ਲਾਸ਼ਾਂ ਤੱਕ ਨਹੀਂ ਦਿੱਤੀਆਂ ਗਈਆਂ। ਸੋ ਇਹੋ ਜਿਹਾ ਸਮਾਂ ਸੋ ਉਹ ਇਹ ਹੋਇਆ ਸੀਗਾ। ਪਰ ਸਿੰਘਾਂ ਦੇ ਵਿੱਚ ਸਤਿਗੁਰਾਂ ਨੇ ਸਪਿਰਿਟ ਬੜੀ ਭਰੀ ਹੋਈ, ਸਿੰਘਾਂ ਨੂੰ ਬਲ ਬੜਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਬਾਣੀ ਪੜ੍ਹਨੇ ਵਾਲੇ ਜਿਹੜੇ ਨੇ। ਤੇ ਸਿੰਘਾਂ ਨੇ ਨਹੀਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਨੇ ਸਾਡੇ। ਇੱਕੇ ਵਾਰੀ ਉਹਨਾਂ ਨੇ ਫੈਰ ਕੱਢੇ ਤੇ ਫਿਰ ਜਕਾਰੇ ਵਜਾਉਂਦੇ ਹੋਏ ਉਹ ਪੈ ਗਏ। ਤੇ ਨਾਲੇ ਹੁਣ ਜਿਹੜਾ ਜਕਾਰਾ ਦੇਖੋ ਬਲ ਕਿੱਦਾਂ ਮਿਲਦਾ ਜੀ, ਅਸੀਂ ਕਹਿੰਦੇ ਬੋਲੇ ਸੋ ਨਿਹਾਲ, ਜਿਹੜਾ ਬੋਲੂ ਨਿਹਾਲ ਹੋਊਗਾ। ਕੀ ਹੈ ਬੋਲਣਾ, ਕੀ ਹੈ ਅਕਾਲ ਪੁਰਖ ਸੱਤ ਹੈ, ਸਤ ਸ਼੍ਰੀ ਅਕਾਲ, ਆਹ ਬੋਲੀ ਦਾ।
ਫਿਰ ਜਿਹੜੀ ਸਤਿਗੁਰਾਂ ਨੇ ਫਤਿਹ ਦਿੱਤੀ ਆ ਉਹ ਸਮਰਪਣ ਹੈ। ਇੱਕ ਨਾਮ ਦਾ ਸਿਮਰਨ ਹੈ, ਦੂਸਰਾ ਸਮਰਪਣ ਹੈ। ਦੋ ਹੀ ਗੱਲਾਂ ਹੈ ਜੀ ਫਤਿਹ ਦੇ ਵਿੱਚ। ਇਹਦਾ ਵਾਹਿਗੁਰੂ ਇਹ ਸਿਮਰਨ ਹੋ ਗਿਆ, ਜੀ ਕਾ ਖਾਲਸਾ ਇਹ ਸਮਰਪਣ ਹੋ ਗਿਆ। ਇਹੀ ਗੱਲ ਤਾਂ ਸਤਿਗੁਰੂ ਜੀ ਕਹਿੰਦੇ ਆ ਵੀ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਤਾਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਆ ਹੋ। ਤੇ ਫਤਿਹ ਵਿੱਚ ਹੈ ਕਿ ਇਹ ਚੀਜ਼, ਇੱਕ ਸਿਮਰਨ ਹੈ, ਦੂਸਰਾ ਸਮਰਪਣ ਹੈ। ਵਾਹਿਗੁਰੂ ਇਹ ਸਿਮਰਨ, ਜੀ ਕਾ ਖਾਲਸਾ ਸਮਰਪਣ। ਹੁਣ ਜਦੋਂ ਜਿੱਤ ਹੁੰਦੀ ਹੈ ਫਿਰ ਇੱਦਾਂ ਨਹੀਂ ਕਹਿਣਾ ਵੀ ਸਾਡੀ ਅਸੀਂ ਜਿੱਤੇ ਹੈ। ਕਹਿੰਦੇ ਫਤਿਹ ਕਿਹਦੀ ਹੈ? ਪਹਿਲੋਂ ਸਿਮਰਨ ਹੈ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਇਹ ਵੀ ਸਮਰਪਣ ਹੈ। ਮਹਾਰਾਜ ਦਸਮ ਪਾਤਸ਼ਾਹ ਜੀ ਕਹਿੰਦੇ ਭੰਗਾਣੀ ਦਾ ਯੁੱਧ ਫਤਿਹ ਕੀਤਾ, ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੀ। ਸੋ ਇੱਦਾਂ ਨਹੀਂ ਕਿਹਾ ਵੀ ਮੇਰੀ ਜਿੱਤ ਹੋਈ ਜਾਂ ਮੈਂ ਜਿੱਤ ਕੇ ਨਾ, ਐਸਾ ਕੁਝ ਨਹੀਂ ਕਿਹਾ ਸੱਚੇ ਪਾਤਸ਼ਾਹ ਜੀ ਨੇ। ਸੋ ਇਸ ਤਰੀਕੇ ਦੇ ਨਾਲ ਉਹ ਸਿੰਘਾਂ ਨੇ ਜਦੋਂ ਫੈਰ ਕੱਢ ਦਿੱਤੇ, ਉਹ ਮਨਾਰਿਆਂ ਵਾਂਗੂ ਸਿੱਟੇ ਫੇ। ਸੋ ਜਿਹੜੇ ਘੋੜਿਆਂ ਤੇ ਚੜੇ ਸੀ ਨਾ, ਸਾਰੇ ਹੀ ਸਿੰਘਾਂ ਨੇ ਸਿੱਟ ਲਏ। ਔਚਕ ਹੱਥ ਅਚਰਜ ਵੱਢ ਕੀਓ। ਸੋ ਅਚਾਨਕ ਇੰਨੀ ਜ਼ਿਆਦੇ ਸੋ ਹੱਤਿਆ ਹੋ ਗਈ ਤਾਂ ਫਿਰ ਉਹਨਾਂ ਨੇ ਤਾਂ ਹੈਰਾਨ ਹੋਣਾ ਹੀ ਸੀਗਾ। ਬਲੂ ਸਟਾਰ ਫਿਲਮ ਵਿੱਚ 3 ਵਾਰੀ ਫੌਜ ਭੱਜੀ ਹੈ, ਹੂਟਰ ਵੱਜੇ ਸੀ 3 ਵਾਰੀ। ਸੋ ਕਿੰਨੇ ਕੁ ਸਿੰਘ ਸੀਗੇ ਅੰਦਰ, ਹੂਟਰ ਬਜਾਏ ਭੱਜਦੇ ਸਨ ਪਿੱਛੇ ਨੂੰ। ਫਿਰ ਵੀ ਇਹ ਕੀ ਬਣ ਗਿਆ? ਸੋ ਉਹ ਹੈਰਾਨ ਹੋ ਗਏ ਵੀ ਇਹ ਕੀ ਬਣ ਗਿਆ, ਜਦੋਂ ਸਿੰਘਾਂ ਨੇ ਅਗਲੇ ਸਾਰੇ ਸਿੱਟ ਲਏ। ਕਹੋ ਕਹਾਂ ਧੀਰਗ ਰਣ ਭਇਓ। ਬੜਾ ਵੱਡਾ ਯੁੱਧ ਹੋ ਗਿਆ। ਕੇਤਕ ਤੁਰਕ ਮਰਾਏ ਪਲਾਏ। ਹੁਣ ਫੇਰ ਕੀ ਹੋਣਾ ਸੀਗਾ? ਜਿਹੜੇ ਮਰ ਗਏ ਤੋ ਉਹਨਾਂ ਨੂੰ ਵੀ ਛੱਡ ਗਏ, ਉਹਨਾਂ ਨੂੰ ਛੱਡ ਕੇ ਜ਼ਖਮੀ ਹੋਇਆਂ ਨੂੰ ਵੀ ਛੱਡ ਕੇ ਉਹ ਭੱਜੇ। ਫਿਰ ਨਹੀਂ ਉਹ ਠਹਿਰੇ, ਫਿਰ ਸਾਰੇ ਹੀ ਭੱਜ ਗਏ। ਸਿੰਘ ਘਾਸ ਲੈ ਕਰ ਸਭ ਆਏ। ਮੈਦਾਨ ਸਿੰਘਾਂ ਦੇ ਹੱਥ ਆਇਆ, ਸਿੰਘਾਂ ਨੇ ਫਿਰ ਘਾਹ ਲਿਆ, ਸਾਰਾ ਹੀ ਚੱਕ ਲਿਆ, ਲੈ ਕੇ ਆ ਗਏ। ਮਾਨ ਸਿੰਘ ਕੋ ਮਰਨੋਂ ਸੁਣਿਓ। ਜਦੋਂ ਮਾਨ ਸਿੰਘ ਜੀ ਦੀ ਸ਼ਹਾਦਤ ਗੁਰੂ ਸਾਹਿਬ ਜੀ ਨੇ ਸੁਣੀ ਹੈ, ਬਹੁ ਅਫਸੋਸ ਗੁਰੂ ਮਨ ਗਿਨਿਓ। ਬਹੁਤ ਜ਼ਿਆਦਾ ਅਫਸੋਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਮਨਾਇਆ। ਕਹਾਂ ਕਰੀ ਮਤ ਮੰਦਨ ਬਾਤ। ਸੋ ਕਿੱਡਾ ਕੁ ਪਿਆਰ ਹੋਵੇਗਾ ਮਾਨ ਸਿੰਘ ਜੀ ਦੇ ਨਾਲ। ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ, ਜਕਾਰੇ ਲਾਉਂਦੇ ਸਨ ਸਾਹਿਬ ਜੀ ਮਹਾਰਾਜ। ਅੱਜ ਮਾਨ ਸਿੰਘ ਸ਼ਹੀਦ ਹੋਇਆ, ਸੱਚੇ ਪਾਤਸ਼ਾਹ ਜੀ ਨੇ ਬੜੀ ਗੱਲ ਮਨ ਨੂੰ ਲਾਈ ਤੇ ਉੱਥੇ ਗੱਲਾਂ ਕੀਤੀਆਂ ਮਹਾਰਾਜ ਜੀ ਨੇ। ਇਹਨਾਂ ਖੋਟੀ ਬੁੱਧ ਵਾਲਿਆਂ ਨੇ ਇਹ ਕੀ ਕਰ ਦਿੱਤਾ? ਫਿਰਤ ਹਟਾਵਤ ਕੀਨਸ ਘਾਤ। ਸੋ ਜਿਹੜਾ ਜਾ ਕੇ ਸਮਝੌਤਾ ਕਰਾ ਰਿਹਾ ਸੀਗਾ, ਉਹ ਲੜਨ ਥੋੜੀ ਗਿਆ ਸੀ, ਉਹਨੂੰ ਤਾਂ ਹਟਾ ਦਿੱਤੇ, ਸਮਝੌਤਾ ਕਰਾਤਾ ਸੀਗਾ। ਤਾਂ ਉਸੇ ਨੂੰ ਹੀ ਇਹਨਾਂ ਨੇ ਮਾੜੀ ਮੱਤ ਵਾਲਿਆਂ ਨੇ ਮਾਰ ਦਿੱਤਾ। ਮਹਾਸੂਰਮਾ ਅਰ ਬੁੱਧਵਾਨ। ਮਹਾਰਾਜ ਨੇ ਸਿਫਤ ਕੀਤੀ, ਕਹਿੰਦੇ ਮਾਨ ਸਿੰਘ ਬਹੁਤ ਵੱਡਾ ਸੂਰਮਾ ਸੀਗਾ ਤੇ ਬੁੱਧਵਾਨ। ਸੂਰਮਾ ਹੀ ਨਹੀਂ ਸੀ ਇਕੱਲਾ, ਬਹੁਤ ਸਮਝਦਾਰ ਵੀ ਸੀ। ਕਹਾਂ ਹੋਏ ਸੋ ਪ੍ਰਾਪਤ ਪਾਨ। ਸੋ ਕਹਿੰਦੇ ਇਹੋ ਜਿਹਾ ਸੂਰਮਾ ਜਿਹੜਾ ਨਾ ਕਦੀ ਹੱਥ ਨਹੀਂ ਆ ਸਕਦਾ ਮਹਾਰਾਜ। ਇੱਦਾਂ ਦੇ ਸੂਰਮੇ ਮਾਵਾਂ ਹਮੇਸ਼ਾ ਨਹੀਂ ਜੰਮਦੀਆਂ, ਨਹੀਂ ਹੱਥ ਆ ਸਕਦਾ ਇੱਦਾਂ ਦਾ ਸੂਰਮਾ। ਬਹੁਤ ਵੱਡਾ ਸੂਰਾ ਸੀ। ਕੌਣ ਕੌਣ ਗੁਣ ਸਿਮਰੈ ਤਾਹੀਂ। ਮਹਾਰਾਜ ਕਹਿੰਦੇ ਮੈਂ ਕਿਹੜੇ ਕਿਹੜੇ ਗੁਣ ਸੋ ਕਹਾ ਮਾਨ ਸਿੰਘ ਦੇ। ਸੋ ਕਿੰਨਾ ਸਾਹਿਬ ਜੀ ਨੇ ਮਨ ਨੂੰ ਇਹ ਬਾਤ ਲਾਈ ਹੈ। ਸਭ ਕਾਰਜ ਮਹਿ ਸੁਭ ਮਤ ਜਾਹੀ। ਬਸ ਇੱਕੋ ਗੱਲ ਕਹਿ ਕੇ ਮਹਾਰਾਜ ਨੇ ਸਾਰੀਆਂ ਗੱਲਾਂ ਕਰ ਦਿੱਤੀਆਂ ਵੀ ਹਰ ਇੱਕ ਕਾਰਜ ਨੂੰ ਕੰਮ ਦੇ ਵਿੱਚ ਕਰਨ ਵਿੱਚ ਨਿਪੁੰਨ ਸੀ। ਜਿੱਧਰ ਮਰਜੀ ਭੇਜ ਦੋ ਉਹਨੂੰ, ਮਾਨ ਸਿੰਘ ਨੂੰ ਉਸ ਕੰਮ ਨੂੰ ਬਹੁਤ ਸੋਹਣੇ ਤਰੀਕੇ ਨਾਲ ਕਰਕੇ ਆਉਂਦਾ ਸੀ। ਔਰ ਆਨੰਦ ਚਮਕੌਰ ਮਝਾਰਾ। ਮਹਾਰਾਜ ਕਹਿੰਦੇ ਆਨੰਦਪੁਰ ਸਾਹਿਬ ਤੇ ਚਮਕੌਰ ਦੀਆਂ ਜੰਗਾਂ ਵਿੱਚ ਲੜ ਕਰ ਨਿਕਸਿਓ ਸੰਗ ਜੁਝਾਰਾ। ਸੋ ਦੇਖੋ ਕਿਵੇਂ ਇਹਨੇ ਯੁੱਧ ਵੀ ਲੜਿਆ, ਸੋ ਫਿਰ ਜਿੱਤਾਂ ਵੀ ਲਈਆਂ, ਆਪਣਾ ਬਚਾਅ ਵੀ ਕੀਤਾ। ਫਿਰ ਸਾਡੇ ਨਾਲ ਹੋ ਕਰਕੇ ਵਿੱਚ ਉਹ ਚਮਕੌਰ ਦੀ ਯੁੱਧ ਵਿੱਚੋਂ ਵੀ ਬਾਹਰ ਆਇਆ। ਐਸੋ ਵੀਰ ਕਹਾਂ ਅਬ ਪਾਉ। ਕਹਿੰਦੇ ਹੁਣ ਮੈਂ ਇਹੋ ਜਿਹਾ ਯੋਧਾ ਸੂਰਮਾ ਕਿਵੇਂ ਪਾਵਾਂ। ਬਹੁਤ ਪਿਆਰ ਸੀ ਸਾਹਿਬ ਜੀ ਦਾ, ਇੰਨੀ ਗੱਲ ਕਹਿ ਦੇਣੀ ਵੀ ਮੈਂ ਕਿੱਦਾਂ ਪਾਵਾਂ। ਤੇ ਕਹਿੰਦੇ ਵੀ ਏਡਾ ਵੱਡਾ ਬਹਾਦਰ ਜਦੋਂ, ਪਰ ਸਿੰਘਾਂ ਨਾਲ ਸਤਿਗੁਰੂ ਜੀ ਪਿਆਰ ਹੀ ਬਹੁਤ ਕਰਦੇ ਸਨ। ਬਿਰਲੇ ਹੋਤ ਨਹੀਂ ਸਭ ਥਾਉ। ਕਹਿੰਦੇ ਹਰ ਇੱਕ ਜਗ੍ਹਾ ਨਹੀਂ ਹੁੰਦੇ ਇਹੋ ਜਿਹੇ ਸੂਰਬੀਰ ਯੋਧੇ, ਬਿਰਲੇ ਹੁੰਦੇ ਹਨ। ਸਰਬ ਪ੍ਰਸੰਗ ਸ਼ਾਹੋ ਜਬ ਸੁਣਿਓ। ਜਦੋਂ ਬਾਦਸ਼ਾਹ ਨੂੰ ਇਹ ਸਾਰੀ ਬਾਤ ਦਾ ਪਤਾ ਲੱਗਾ, ਰਹਿਓ ਬਿਸੂਰਤ ਮਾਥੋ ਧੁਨਿਓ। ਉਹਨੇ ਆਪਣਾ ਸਿਰ ਧੁਣਿਆ। ਕਹਿੰਦਾ ਇਹ ਕੀ ਕਰ ਦਿੱਤਾ ਮੇਰੇ ਫੌਜੀਆਂ ਨੇ। ਹੁਕਮ ਕਰਿਓ ਸਭ ਕੋ ਗਹਿ ਲੀਜੈ। ਆਪਣੀ ਫਿਰ ਉਹਨੇ ਜਿਹੜੀ ਉਹਦੀ ਫੌਜ ਦੀ ਖਾਸ ਟੁਕੜੀ ਸੀ ਨਾ, ਉਹਨੂੰ ਹੁਕਮ ਕੀਤਾ ਵੀ ਜਿਨ੍ਹਾਂ ਨੇ ਕੰਮ ਕਾਰਾ ਕੀਤਾ, ਜਿਹੜਾ ਦਲ ਸਾਰੇ ਦਾ ਸਾਰਾ ਦਲ ਉਹ ਫੜਿਆ ਜਾਵੇ, ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ।
ਖਤਾ ਬੰਦ ਗੁਰ ਕੋ ਅਬ ਤੇ ਦੀਜੈ। ਜਿਹੜੇ ਦੋਸ਼ੀ ਨੇ ਨਾ ਗੁਰੂ ਨੂੰ ਹੁਣੇ ਸੰਭਾਲ ਦੇਣੇ ਹਨ ਮੈਂ। ਜਿਮ ਚਾਹੇ ਤਿਮ ਪਲਟਾ ਲੇ ਹੈ। ਗੁਰੂ ਸਾਹਿਬ ਜੀ ਜਿੱਦਾਂ ਮਰਜੀ ਚਾਹੁਣ ਇਹਨਾਂ ਤੋਂ ਬਦਲਾ ਲੈ ਸਕਦੇ ਹਨ। ਪ੍ਰਥਮ ਬੈਰ ਮੂਰਖ ਸਿਮਰੇ ਹੈ। ਇਸ ਗੱਲ ਦਾ ਬਹਾਦਰ ਸ਼ਾਹ ਨੂੰ ਵੀ ਪਤਾ। ਇਹਨਾਂ ਮੂਰਖਾਂ ਨੇ ਪਹਿਲਾ ਬੈਰ ਨਾ ਜਦੋਂ ਚਮਕੌਰ ਤੇ ਆਨੰਦਪੁਰ ਦੀਆਂ ਜੰਗਾਂ ਹੋਈਆਂ, ਸੋ ਇਹਨਾਂ ਮੂਰਖਾਂ ਨੇ ਉਹ ਬੈਰ ਸਿਮਰ ਕੇ ਤੇ ਕਾਰਾ ਕੀਤਾ ਹੈ। ਚੜੀ ਸੈਨ ਸਭ ਕੋ ਗਹਿ ਲਿਆਈ। ਉਸੇ ਵਕਤ ਫਿਰ ਦੀ ਸ਼ਾਹੀ ਫੌਜ ਚੜੀ ਤੇ ਫੜ ਲਿਆ ਸਾਰਿਆਂ ਨੂੰ ਜਿਨ੍ਹਾਂ ਨੇ ਯੁੱਧ ਮਚਾਇਆ ਸੀ। ਖਰੇ ਕਰੇ ਹਜਰਤ ਅਗਵਾਈ। ਜਿਹੜੇ ਦੋਸ਼ੀ ਸਾਨੂੰ ਬਾਦਸ਼ਾਹ ਦੇ ਅੱਗੇ ਖੜੇ ਕਰ ਦਿੱਤੇ। ਤਿਨ ਸਭ ਹਨ ਕੋ ਲੈ ਕੇ ਸਾਥ। ਤੇ ਬਾਦਸ਼ਾਹ ਉਸੇ ਵੇਲੇ ਉਹਨਾਂ ਨੂੰ ਹਨਾ ਹੱਥ ਕੜੀਆਂ ਲਾ ਕੇ ਬੰਨ ਕੇ ਤੇ ਗੁਰੂ ਸਾਹਿਬ ਜੀ ਵੱਲ ਨੂੰ ਤੁਰ ਪਿਆ। ਆਇਓ ਜਹਾਂ ਬੈਠੇ ਜਗਨਾਥ। ਜਿੱਥੇ ਜਗਤ ਦੇ ਨਾਲ ਸਤਿਗੁਰੂ ਜੀ ਬੈਠੇ ਸਨ ਉੱਥੇ ਪਹੁੰਚਾ ਹੈ। ਨਮੋ ਕਰਤ ਥਿਰ ਹੋਇਓ ਪਾਸ। ਤੇ ਮੱਥਾ ਟੇਕ ਕੇ ਮਹਾਰਾਜ ਦੇ ਕੋਲ ਹੋ ਕੇ ਬੈਠ ਗਿਆ। ਸਕਲ ਬਾਰਤਾ ਕਰੀ ਪ੍ਰਕਾਸ਼। ਤੇ ਸਾਰੀ ਗੱਲ ਖੋਲ ਕੇ ਸੁਣਾਈ ਹੈ। ਗੁਨਹਗਾਰ ਗਨ ਇਹੀ ਤੁਮਾਰੇ। ਮਹਾਰਾਜ ਅਸੀਂ ਦੇਖ ਲਿਆ ਵੀ ਜਿਹੜੇ ਗੁਨਾਹਗਾਰ ਨੇ ਇਹ ਨੇ, ਇਹਨਾਂ ਦੇ ਸੰਬੰਧੀ ਮਰੇ ਹੋਏ ਸੀ ਚਮਕੌਰ ਤੇ ਆਨੰਦਪੁਰ ਦੇ ਯੁੱਧ ਵਿੱਚ, ਤੇ ਇਹ ਗੁਨਾਹਗਾਰ ਨੇ, ਇਹਨਾਂ ਨੇ ਯੁੱਧ ਮਚਾਇਆ ਸੀਗਾ। ਗੁਨਹਗਾਰ ਗਨ ਇਹੀ ਤੁਮਾਰੇ। ਇਹੋ ਹੀ ਆਪ ਜੀ ਦੇ ਗੁਨਾਹਗਾਰ ਹਨ। ਹੁਕਮ ਕਰੋ ਜਿਮ ਤਿਮ ਦਇਓ ਮਾਰੇ। ਹੁਣ ਤੁਸੀਂ ਹੁਕਮ ਕਰਨਾ ਵੀ ਤੁਸੀਂ ਮਾਰਨਾ ਹੈ ਜਾਂ ਮੈਂ ਮਾਰਾਂ, ਤੇ ਜੇ ਮਾਰਨਾ ਤੇ ਕਿਵੇਂ ਇਹਨਾਂ ਨੂੰ ਮਾਰਾਂ, ਕਿਹੋ ਜੀ ਸਜ਼ਾ ਦਵਾਂ। ਕਹਿ ਸਲਤਾ ਮਹਿ ਸਭਿਨ ਡੁਬਾਏ। ਆ ਕੋਲ ਨਦੀ ਹੈ, ਦੱਸੋ ਨਦੀ ਦੇ ਵਿੱਚ ਪੱਟੇ ਬੰਨ ਕੇ ਇਹਨਾਂ ਦੇ ਨਾਲ ਡੋਬ ਕੇ ਮਾਰ ਦਈਏ, ਕਹਿ ਮੋਹ ਤੋਪਨ ਕੋ ਉਡਵਾਏ। ਜਾਂ ਤੋਪਾਂ ਦੇ ਮੂੰਹਾਂ ਦੇ ਮੋਹਰੇ ਬੰਨ ਕੇ ਇਹਨਾਂ ਨੂੰ ਉਡਾ ਦਈਏ। ਇਨ ਮੂੜਨ ਪ੍ਰਤਾਪ ਨਹਿ ਜਾਣਾ। ਇਹਨਾਂ ਮੂਰਖਾਂ ਨੇ ਆਪ ਜੀ ਦੇ ਪ੍ਰਤਾਪ ਨੂੰ ਨਹੀਂ ਜਾਣਿਆ। ਦਈ ਮੋਹੇ ਤੁਮ ਸਲਤਨ ਦਾਨਾ। ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਜਿਹੜੀ ਬਾਦਸ਼ਾਹ ਦਿੱਤੀ ਤੁਸਾਂ ਨੇ ਮੈਨੂੰ ਦਿੱਤੀ ਹੈ। ਗਨ ਗਜ ਬਾਜੀ ਆਦ ਸਮਾਜ। ਸੋ ਸਾਰਾ ਕੁਝ ਆ ਜੋ ਵੀ ਰਾਜ ਭਾਗ ਸਾਰਾ ਸਮਾਜ ਆਪ ਜੀ ਨੇ ਹੀ ਦਿੱਤਾ। ਮੋਕੋ ਦਿਓ ਗਰੀਬ ਨਿਵਾਜ। ਤੁਸੀਂ ਕਿਰਪਾ ਕਰਕੇ ਮੈਨੂੰ ਨਿਮਾਣਾ ਜਾਣ ਕੇ ਦਿੱਤਾ ਹੈ। ਸੁਨ ਪ੍ਰਭ ਕਹਿਓ ਕਹਿਰ ਇਨ ਧਰਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਹੇਤ ਹਟਾਵਨ ਪਠਵੋ ਕਰਿਓ। ਕਹਿੰਦੇ ਦੱਸ ਅਸੀਂ ਤਾਂ ਹਨਾ ਬਾਣ ਸਿੰਘ ਨੂੰ ਭੇਜਿਆ ਸੀ ਯੁੱਧ ਬੰਦ ਕਰਾਉਣ ਵਾਸਤੇ। ਤੋਹੇ ਦਿਸਤੇ ਸਮਝਾਏ ਮਿਟਾਏ। ਤੇ ਫਿਰ ਉਹਨੇ ਜਾ ਕੇ ਨਾ ਸਮਝਾਤੇ ਤਾਂ ਯੁੱਧ ਵੀ ਖਤਮ ਕਰਾਤਾ ਸੀ। ਭਇਓ ਸ਼ੰਕ ਬਿਨ ਇਤੋ ਤਜਾਏ। ਉਹਨੂੰ ਤਾਂ ਉਹਦੇ ਮਨ ਚਿੱਤ ਵੀ ਹੈ ਨਹੀਂ ਸੀ, ਨਹੀਂ ਤਾਂ ਸੁਚੇਤ ਰਹਿੰਦਾ ਭਾਈ ਮਾਨ ਸਿੰਘ। ਉਹਨੇ ਸੁਚੇਤ ਰਹਿਣਾ ਸੀਗਾ, ਉਹ ਸ਼ੰਕਾ ਤੋਂ ਬਿਨਾਂ ਸੀਗਾ ਵੀ ਕੋਈ ਮੂਰਖ ਮੇਰੇ ਤੇ ਗੋਲੀ ਚਲਾ ਦੇਵੇਗਾ। ਸੁਧ ਬਿਨ ਇੱਕ ਮੂਰਖ ਤੱਕ ਗੋਰੀ। ਸੋ ਬਿਨਾਂ ਸਮਝਦੇ ਇੱਕ ਮੂਰਖ ਨੇ ਬਹੁਤ ਨੇੜਿਓਂ ਨਿਸ਼ਾਨਾ ਤੱਕ ਕੇ ਗੋਲੀ ਚਲਾ ਦਿੱਤੀ। ਹਤੀ ਨੇਰ ਹੋਏ ਛਾਤੀ ਫੋਰੀ। ਬਹੁਤ ਨੇੜਿਓਂ ਫੈਰ ਆਇਆ ਤੇ ਛਾਤੀ ਪਾਟ ਗਈ। ਚਲੋ ਜ਼ਖਮੀ ਹੁੰਦਾ ਸੀ ਸਾਂਭ ਲੈਣਾ ਸੀ, ਕਹਿੰਦੇ ਛਾਤੀ ਪਾਟ ਕੇ ਮੌਕੇ ਤੇ ਮੌਤ ਹੋ ਗਈ। ਐਸੋ ਕਰਮ ਕੁਮਤ ਧਰ ਕਰਿਓ। ਸੋ ਬਹੁਤ ਖੋਟੀ ਬੁੱਧ ਵਾਲੇ ਨੇ ਐਸਾ ਕੰਮ ਕੀਤਾ। ਵੀਰ ਅਮੋਲਕ ਪ੍ਰਾਨਨ ਹਰਿਓ। ਇਹ ਬੜਾ ਅਮੋਲਕ ਯੋਧਾ ਸੀ ਸਾਡਾ ਜਿਸ ਦੇ ਪ੍ਰਾਣ ਇਹਨਾਂ ਨੇ ਲਏ ਹਨ। ਗਨ ਸ਼ਤਰਨ ਸਨ ਏਕ ਲਰੰਤਾ। ਸੋ ਇਹ ਬਹੁਤੇ ਸ਼ਤਰੂਆਂ ਦੇ ਨਾਲ ਲੜਦਾ ਸੀ, ਐਸਾ ਸੀ ਇਹ ਯੋਧਾ। ਸੁਮਤਵੰਤ ਬਹੁਤ ਧੀਰਜਵੰਤਾ। ਬੜਾ ਧੀਰਜ ਵਾਲਾ ਤੇ ਸਿਆਣਾ ਸੀ। ਪ੍ਰਥਮ ਬੈਰੋਂ ਸਿਮਰਿਓ ਮਤ ਮੰਦੇ। ਬਸ ਇਹ ਤੁਹਾਡੇ ਫੌਜੀਆਂ ਨੇ ਪਹਿਲਾ ਵੈਰ ਸਿਮਰ ਕੇ ਇਹ ਕੰਮ ਕੀਤਾ। ਨਹ ਜਾਣਿਓ ਇਨ ਆਪਨ ਨਿਕੰਦੇ। ਇਹ ਨਹੀਂ ਜਾਣਿਆ ਵੀ ਇਹਨਾਂ ਨੇ ਆਪਣਾ ਹੀ ਬੰਦਾ ਮਾਰ ਲਿਆ। ਮਹਾਰਾਜ ਕਹਿੰਦੇ ਮਾਨਸ ਬਗਾਨਾ ਸੀ, ਇਹ ਵੀ ਤਾਂ ਤੁਹਾਡਾ ਹੀ ਸੀਗਾ। ਕਹਿੰਦੇ ਕਹੇ ਤਿਆਦ ਕਿਰਪਾ ਪ੍ਰਭ ਕੀਨੀ। ਇਹ ਗੱਲਾਂ ਸਾਹਿਬ ਜੀ ਨੇ ਕੀਤੀਆਂ ਤੇ ਕਿਰਪਾ ਕਰ ਦਿੱਤੀ। ਤਿਆਗ ਦੇਹੋ ਇਨ ਆਇਸ ਦੀਨੀ। ਮਹਾਰਾਜ ਕਹਿੰਦੇ ਛੱਡ ਦੋ, ਇਹਨਾਂ ਤੋਂ ਅਸੀਂ ਕੀ ਲੈਣਾ ਹੈ। ਕਰੇ ਸੰਘਾਰ ਹਾਥ ਨਹਿ ਆਵੇ। ਕਹਿੰਦੇ ਅਸੀਂ ਇਹਨਾਂ ਨੂੰ ਮਾਰ ਦਿੰਨੇ ਜਿਹੜੇ ਤੂੰ ਫੜ ਕੇ ਲੈ, ਤੇ ਉਹ ਕਿਹੜਾ ਵੀ ਸਾਡੇ ਹੱਥ ਆ ਜਿਹੜਾ ਹੁਣ ਭਾਈ ਮਾਨ ਸਿੰਘ। ਆਪਣੋ ਕੀਓ ਆਪ ਹੀ ਪਾਵੇ। ਮਹਾਰਾਜ ਕਹਿੰਦੇ ਹੁਣ ਆਪਣਾ ਕੀਤਾ ਇਹ ਆਪ ਹੀ ਪਾਉਣਗੇ। ਪਕਰੇ ਹੋਤੇ ਪਾਏ ਬੜ ਤਰਾਸਾ। ਸੋ ਜਿਹੜਾ ਫੜੇ ਸੀ ਨਾ ਬੜੇ ਡਰੇ ਹੋਏ ਸਨ। ਜਾਣੈ ਨਿਸ਼ਚੈ ਹੋਏ ਬਿਨਾਸਾ। ਉਹਨਾਂ ਨੂੰ ਇਹ ਨਿਸ਼ਚੈ ਸੀ ਵੀ ਸਾਡੀ ਮੌਤ ਆਵੇਗੀ। ਗੁਰਬਾਣੀ ਸੁਣ ਸੁਦਾ ਸਮਾਨਾ। ਮਹਾਰਾਜ ਦੇ ਬਚਨ ਅੰਮ੍ਰਿਤ ਵਾਂਗੂ ਉਹਨਾਂ ਨੂੰ ਲੱਗੇ। ਲਖੀ ਕੀ ਦੀਨ
ਦੀਨ ਪ੍ਰਾਨ ਕੋ ਦਾਨਾ। ਇਹ ਨਾ ਏਦਾਂ ਲੱਗਾ ਵੀ ਸਾਨੂੰ ਸਤਿਗੁਰਾਂ ਨੇ ਪ੍ਰਾਣਾ ਦਾ ਦਾਨ ਦੇ ਦਿੱਤਾ। ਧੰਨ ਗੁਰੂ ਤੁਮਰੀ ਵਡਿਆਈ। ਮੱਥਾ ਟੇਕਦੇ ਸੀ ਗੁਰੂ ਜੀ ਤੁਸੀਂ ਧੰਨ ਹੋ, ਧੰਨ ਤੁਹਾਡੀ ਵਡਿਆਈ ਹੈ। ਅਸ ਅਪਰਾਧੀ ਦੈ ਛੁਡਾਈ। ਤੇ ਏਦਾਂ ਸਾਡੇ ਵਰਗੇ ਅਪਰਾਧੀਆਂ ਨੂੰ ਵੀ ਤੁਸੀਂ ਛੁਡਾ ਦਿੱਤਾ ਹੈ। ਸ਼ਾਹ ਬਹਾਦਰ ਬਿਨਤੀ ਕਰ ਕਰ। ਇਹ ਬਹਾਦਰ ਸ਼ਾਹ ਨੇ ਇਹ ਬੇਨਤੀ ਕੀਤੀ। ਅਧਿਕ ਦੀਨਤਾ ਨਿਜ ਮਹਿ ਧਰ ਧਰ। ਬਹੁਤ ਨਿਮਰਤਾ, ਬਹੁਤ ਹੀ ਨਿਮਰਤਾ ਦੇ ਬੋਲ ਬੋਲ ਕੇ ਸਤਿਗੁਰ ਕੋ ਰਿਝਾਏ ਬਹੁ ਲੀਨੋ। ਗੁਰੂ ਸਾਹਿਬ ਜੀ ਨੂੰ ਖੁਸ਼ ਕੀਤਾ। ਕਰ ਬੰਧਨ ਪਗ ਉਠਵੋ ਕੀਨੋ। ਇਹ ਮੱਥਾ ਟੇਕ ਕੇ ਫਿਰ ਇਹ ਉਥੋਂ ਉੱਠ ਗਿਆ। ਉਹਨੇ ਇੱਧਰੋਂ ਚਾਲੇ ਅੱਗੇ ਨੂੰ ਪਾ ਦੇਣੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦਾ ਸੋ ਮਹਾਰਾਜ ਕਿੱਥੇ ਆਪਣਾ ਸਥਾਨ ਡੇਰਾ ਕਰਦੇ ਹੁਣ ਕੱਲ੍ਹ ਦੀ ਕਥਾ 'ਚ ਸਰਵਣ ਕਰਾਂਗੇ ਜੀ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ ਜੀ। ਆਓ ਉਹਨਾਂ ਸਭ ਦਾ ਪਾਠ ਕਰੀਏ।